or ask them not to play unless I have finished with this thing, please. So, ਤੁਸੀਂ ਦੱਸੋ ਮੈਂ ready ਹਾਂ ਕਰ ਲਈਏ ਪੈਨ ਹੈ ਤੁਹਾਡੇ ਕੋਲ ਹਲੋ ਸੁਖਬੀਰ ਤੁਹਾਨੂੰ ਐਡਵੋਕੇਟਸ ਹੀ ਕਰਦੇ ਆ ਇੰਟਰੋਡਿਊਸ ਹਰਿੰਦਰ ਸਿੰਘ ਈਸ਼ਰ ਐਂਡ ਸੁਖਬੀਰ ਵਾਲੀਆ ਬੱਚੇ ਬਿਲਕੁਲ ਐਂਡ ਫਾਰਮਲੀ ਐਸੋਸੀਏਟਡ ਵਿਦ ਆਪ ਕਹਦੇ ਹਾਂ ਉਹ ਮਤਲਬ ਸਪੋਕ ਪਰਸਨ ਜੋ ਵੀ ਕਹਦੇ ਫਿਰ ਤੁਸੀਂ ਮੇਰਾ ਚਲਾਨ ਰੱਖੋ ਮੈਨੂੰ ਜਦੋਂ ਮੈਂ ਲੋਡ ਤੇ ਮੈਨੂੰ ਪੜਾਇਆ ਹਲੇ ਫਿਲਹਾਲ ਮੈਂ ਇੱਥੋਂ ਸ਼ੁਰੂ ਕਰੂੰਗਾ ਆ ਫੋਟੋਜ਼ ਮੈਂ ਜਿਹੜੀਆਂ ਪੇਸ਼ ਕਰਨੀਆਂ ਉਹਨਾਂ ਨੂੰ ਦੱਸ ਦੇਣਾ ਜੀ ਵੈਨ ਯੂ ਆਰ ਰੈਡੀ ਅੱਛਾ ਇੱਕ ਮਿੰਟ ਨਾ ਮਨੀਸ਼ ਨੂੰ ਕਹੋ ਕਿ ਆਪਣਾ ਕੋਈ ਲਾਈਵ ਸ਼ੇਅਰ ਕਰ ਲਿਆ ਆਪਣੇ ਪੇਜ ਤੇ ਵੀ ਜਸਟ ਕਾਲ ਮਨੀਸ਼ ਰਾਈਟ ਵੇ ਅੱਛਾ ਮੈਨੂੰ ਨਾ ਪਹਿਲਾਂ ਤੁਸੀਂ ਥੋੜਾ ਜਿਹਾ ਟਾਈਮ ਦਿਓ ਮੈਨੂੰ ਜਿਹੜਾ ਮੇਰੇ ਤੇ ਇਲਜ਼ਾਮ ਲਾਏ ਨਾ ਮੈਂ ਪਹਿਲਾ ਪੱਖ ਉੱਥੋਂ ਸ਼ੁਰੂ ਕਰੂੰਗਾ ਬਿਕੋਜ਼ ਆਈ ਹੈਵ ਡਨ ਨਥਿੰਗ ਰੋਂਗ ਮੇਰੇ ਕੋਲ ਇੱਕ ਇੱਕ ਚੀਜ਼ ਦਾ ਜਵਾਬ ਹੈਗਾ ਮੈਨੂੰ ਥੋੜਾ ਜਿਹਾ ਪੇਸ਼ੈਂਟਲੀ ਹੇਅਰ ਆਊਟ ਕਰ ਲਿਓ ਉਸ ਤੋਂ ਬਾਅਦ ਫਿਰ ਜਿਹੜੇ ਕੋਈ ਸਵਾਲ ਜਵਾਬ ਹੋਣਗੇ ਆਪਾਂ ਗੱਲ ਕਰ ਲਾਂਗੇ हाँ मतलब 10 मिनट लगेंगे मेरे को ब्रीफ नहीं इतना कर सकता बेटे उत्ते रख लो कोई माइक जरा उड़ जाने फिर दोबारा हाथ रखो चंगी तरह दस दो जो वेन यू रेडी आई एम रेडी ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਰੱਖਾਂ ਅੱਜ ਮੈਂ ਪਟਿਆਲੇ ਦੀ ਜੇਲ੍ਹ ਚੋਂ ਅੱਜ ਹੀ ਰਿਹਾ ਹੋਇਆ ਵਾਂ ਫਤਿਹਗੜ੍ਹ ਸਾਹਿਬ ਜਿਹੜਾ ਭੋਰਾ ਸਾਹਿਬ ਸਾਡਾ ਬਹੁਤ ਸਾਹਿਬਜ਼ਾਦਿਆਂ ਦਾ ਇਤਿਹਾਸਿਕ ਸਥਾਨ ਆ ਉੱਥੇ ਮੱਥਾ ਟੇਕ ਕੇ ਉਸ ਵਾਹਿਗੁਰੂ ਪ੍ਰਮਾਤਮਾ ਕੋਲੋਂ ਸ਼ਕਤੀ ਮੰਗੀ ਆ ਕਿ ਆ ਜੋ ਕੁਝ ਚੱਲ ਰਿਹਾ ਇਹਦੇ 'ਚ ਇਸ ਸਿਸਟਮ ਨਾਲ ਲੜ ਸਕੀਏ ਮੇਰੇ ਨਾਲ ਮੇਰੇ ਲੈਫਟ ਤੇ ਹੈਗੇ ਨੇ ਸਤਬੀਰ ਸਿੰਘ ਵਾਲੀਆ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਰਹੇ ਨੇ ਐਡਵੋਕੇਟ ਨੇ ਹਾਈ ਕੋਰਟ ਦੇ ਸਰਦਾਰ ਈਸ਼ਰ ਸਿੰਘ ਜੀ ਹਰਿੰਦਰ ਸਿੰਘ ਈਸ਼ਰ ਸੌਰੀ ਹਰਿੰਦਰ ਸਿੰਘ ਈਸ਼ਰ ਐਡਵੋਕੇਟ ਹਾਈ ਕੋਰਟ ਜਿਹੜੇ ਕਿ ਮੇਰੇ ਕੇਸ ਨੂੰ ਮੋਹਾਲੀ ਦੀ ਸਪੈਸ਼ਲ ਜਿਹੜੀ PMLA ਕੋਰਟ ਹੈ ਉਹਦੇ 'ਚ ਲੜਦੇ ਵੀ ਨੇ ਮੈਂ ਇਹਨਾਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦਾ ਐਂਡ ਲੈਟ ਮੀ ਟੈਲ ਯੂ ਇਹ ਉਹ ਲੋਕ ਨੇ ਜਿਹੜੇ ਬਿਨਾਂ ਕਿਸੇ ਮੇਰੇ ਕੋਲੋਂ ਕੋਈ ਫੀਸ ਲਿਆ ਬਿਨਾਂ ਕੋਈ ਮੇਰੇ ਕੋਲ ਆਰਥਿਕ ਮਦਦ ਲਿਆ ਇਹ ਬਾਹਰ ਬੈਠੇ ਮੇਰੇ ਲੜਦੇ ਨੇ ਕੇਸ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਦੇਖੋ ਗੱਲ ਇਹ ਆ ਕਿ ਮੈਨੂੰ ਜੇਲ੍ਹ ਜਾਣ ਦਾ ਕੋਈ ਮਲਾਲ ਨਹੀਂਗਾ ਜੇਲ੍ਹਾਂ ਬਣੀਆਂ ਨੇ ਬੰਦਿਆਂ ਵਾਸਤੇ ਜਾਨਵਰਾਂ ਵਾਸਤੇ ਨਹੀਂ ਬਣੀਆਂ ਮੈਨੂੰ ਕੋਈ ਇੱਕ ਨਵੇਂ ਪੈਸੇ ਦਾ ਦੁੱਖ ਨਹੀਂਗਾ ਜੇ ਮੈਂ ਉਹਦਾ ਪੋਜ਼ਿਟਿਵ ਐਸਪੈਕਟ ਗਿਣਾਵਾਂ ਤਾਂ ਆਈ ਹੈਵ ਕਮ ਆਊਟ ਐਜ਼ ਅ ਸਟਰੋਂਗਰ ਪਰਸਨ ਮੈਨੂੰ ਇਸ 78 ਦਿਨ ਵਿੱਚ ਆਪਣੀ ਸੈਲਫ ਇੰਟਰੋਸਪੈਕਸ਼ਨ ਕਰਨ ਦਾ ਮੌਕਾ ਮਿਲਿਆ ਆਪਣੇ ਬਾਰੇ ਆਪਾਂ ਜ਼ਿੰਦਗੀ 'ਚ ਨਾ ਤੁਸੀਂ ਸਾਰੇ ਵੀ ਆਪਣੇ ਆਪਣੇ ਕਰੀ ਝਾਤ ਮਾਰ ਕੇ ਦੇਖੋ ਆਪਾਂ ਬਹੁਤ ਭੱਜ ਰਹੇ ਹਾਂ ਕੁਝ ਲੋਕ ਬਿਲਕੁਲ ਮੀਨਿੰਗਲੈਸ ਭੱਜ ਰਹੇ ਨੇ ਸੋ ਇਹ ਅੱਜ ਦੀ ਇਸ ਦੌੜ 'ਚੋਂ ਥੋੜਾ ਜ਼ਿੰਦਗੀ ਦੀ ਰਫ਼ਤਾਰ ਨੂੰ ਇੱਕਦਮ ਸਲੋ ਕਰਕੇ ਹੌਲੀ ਕਰਕੇ ਆਪਣੇ ਆਪ ਨੂੰ ਜੋ ਮੈਂ ਉਹਦੇ 'ਚ ਇੰਪਰੂਵਮੈਂਟ ਕਰਨ ਦਾ ਉਪਰਾਲਾ ਕੀਤਾ ਬੋਥ ਮੈਂਟਲ ਐਜ਼ ਵੈਲ ਐਜ਼ ਫਿਜ਼ੀਕਲ ਉਹ ਮੈਂ ਇਹ ਸਮਝਦਾ ਕਿ ਮੈਨੂੰ ਮੌਕਾ ਮਿਲਿਆ ਮੈਂ ਕੀਤਾ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਮੈਂ ਤਾਂ ਚਲੋ ਆਪਣੀ ਬੇਗੁਨਾਹੀ ਦੀ ਗੱਲ ਕਹਿਣੀ ਹੈ ਤੁਹਾਡੇ ਸਾਹਮਣੇ ਤੱਥਾਂ ਦੇ ਆਧਾਰ ਤੇ ਬਹੁਤ ਲੋਕ ਬੇਗੁਨਾਹ ਬੈਠੇ ਨੇ ਜੇਲ੍ਹਾਂ ਦੇ ਵਿੱਚ ਇਨਫੈਕਟ ਯੂ ਵਿਲ ਬੀ ਸਰਪ੍ਰਾਈਜ਼ਡ ਇੰਨੇ ਪਹਿਲੀ ਗੱਲ ਤਾਂ 90% ਗਰੀਬ ਗੁਰਬੇ ਬੈਠੇ ਨੇ ਉਹ ਤਾਂ ਕੋਈ ਅਮੀਰ ਆਦਮੀ ਤਾਂ ਹੈ ਹੀ ਨਹੀਂ ਜੇਲ੍ਹਾਂ ਦੇ ਵਿੱਚ ਪਟਿਆਲਾ ਜੇਲ੍ਹ 'ਚ 2100 ਵਿਅਕਤੀ ਨਜ਼ਰਬੰਦ ਆ
ਮੇਰਾ ਖਿਆਲ ਉਹਦੇ ਚ 2000 ਤੋਂ ਉੱਤੇ ਆਦਮੀ ਜਿਹੜਾ ਵਾ ਅਤ ਗਰੀਬ ਆਦਮੀ ਹੈ। ਔਰ ਉਹ ਜਿਹੜੇ ਗਰੀਬ ਨੇ ਇੰਨੇ ਗਰੀਬ ਨੇ, ਕਈਆਂ ਦੀਆਂ ਜ਼ਮਾਨਤਾਂ ਹੋਈਆਂ ਪਈਆਂ ਨੇ, ਬਟ ਦੇ ਆਰ ਸੋ ਡਿਫੈਂਸਲੈਸ ਕਿ ਉਹਨਾਂ ਦੇ ਕੋਲ ਆਪਣੀ ਸ਼ੋਰਿਟੀ ਬੌਂਡਸ ਭਰਨ ਦਾ ਪ੍ਰਬੰਧ ਨਹੀਂਗਾ। ਉਹਨਾਂ ਕੋਲ ਕੋਈ ਜਾਇਦਾਦ ਨਹੀਂ, ਕੋਈ ਮਕਾਨ ਨਹੀਂ, ਕੋਈ ਗੱਡੀ ਨਹੀਂ ਗੀ। ਔਰ ਇੱਕ ਬੜਾ ਸਿਸਟਮ ਮੈਂ ਦੇਖਿਆ ਕਿ ਆਪਣੀ ਸ਼ੋਰਿਟੀ ਬੌਂਡਸ ਭਰਨ ਲਈ ਤੁਹਾਨੂੰ ਫਰਦਾ ਮੁੱਲ ਲੈਣੀਆਂ ਪੈਂਦੀਆਂ ਨੇ। ਫਰਜ਼ ਕਰੋ ਕੋਰਟ ਨੇ ਕਹਿਤਾ ਕਿ 1 ਲੱਖ ਰੁਪਏ ਦਾ ਸ਼ੋਰਿਟੀ ਬੌਂਡ ਭਰ, 1 ਲੱਖ ਰੁਪਏ ਦੀ ਫਰਦ ਜਿਹੜੀ ਆ ਉਹ 25,000 ਰੁਪਏ ਨੂੰ ਮਾਰਕੀਟ ਦੇ ਵਿੱਚ ਮਿਲਦੀ ਹੈ। ਸੋ ਵਾਟ ਆਰ ਦਾ ਕੋਰਟਸ ਡੂਇੰਗ? ਤੁਸੀਂ ਤਾਂ ਇਹਦਾ ਮਤਲਬ ਤੁਸੀਂ ਆ ਜਿਹੜਾ ਟਾਊਟਪੁਣਾ ਵਾ ਇਸ ਨੂੰ ਪ੍ਰਮੋਟ ਕਰ ਰਹੇ ਹੋ। ਔਰ ਮੈਂ ਕੁਝ ਬੰਦਿਆਂ ਦੀ, ਵਿਅਕਤੀਆਂ ਦੀ ਮਦਦ ਕੀਤੀ ਜੇਲ੍ਹ 'ਚ ਬੈਠ ਕੇ ਵੀ, ਪਰ ਬਹੁਤ ਵੱਡੇ ਪੱਧਰ ਤੇ ਲੋਕ ਬੇਗੁਨਾਹ ਬੈਠੇ ਜੇਲ੍ਹਾਂ ਦੇ ਵਿੱਚ ਨੇ। ਇਸ ਲਈ ਮੇਰਾ ਔਰ ਜਿਨ੍ਹਾਂ ਲੋਕਾਂ ਨੇ ਮੇਰੇ ਖਿਲਾਫ ਸਾਜ਼ਿਸ਼ ਕੀਤੀ, ਜੇ ਉਹ ਸਮਝਦੇ ਕਿ ਮੈਨੂੰ ਕੋਈ ਨੁਕਸਾਨ ਹੋਇਆ, ਉਹ ਗਲਤਫਹਿਮੀ ਦਾ ਸ਼ਿਕਾਰ ਹੈ। ਉਸ ਕੁਦਰਤ ਬਹੁਤ ਬੇਅੰਤ ਹੈ, ਕੁਦਰਤ, ਉਸ ਕੁਦਰਤ ਦੀ ਮਿਹਰਬਾਨੀ ਨਾਲ, ਵਾਹਿਗੁਰੂ ਪਰਮਾਤਮਾ ਈਸ਼ਵਰ ਅੱਲਾ ਗੋਡ ਦੀ ਕਿਰਪਾ ਦੇ ਨਾਲ ਮੈਨੂੰ ਲੋਕਾਂ ਨੇ, ਮੇਰੀ ਲੋਕਪ੍ਰਿਯਤਾ ਵਧਾਈ ਆ। ਇਹਦਾ ਜਿਹੜਾ ਪੈਮਾਨਾ ਕਿੱਥੋਂ ਤੁਸੀਂ ਗੇਜ ਕਰ ਸਕਦੇ ਕਿ ਕਾਂਗਰਸ ਵਰਗੀ ਇੱਕ ਵਿਸ਼ਾਲ ਪਾਰਟੀ ਨੇ ਮੈਨੂੰ ਜੇਲ੍ਹ 'ਚ ਅੰਦਰ ਬੈਠਿਆ ਨੋਮੀਨੇਟ ਕਰਤਾ ਐਜ਼ ਅ ਕਾਂਗਰਸ ਕੈਂਡੀਡੇਟ। ਕਰਦੇ ਨਹੀਂ ਕਿ ਬਾਹਰ ਦੇਖ ਲਓ ਜਾ ਕੇ ਦਿੱਲੀ, ਅੱਜ ਵੀ ਲੋਕ ਦਿੱਲੀ ਡੇਰੇ ਲਾ ਕੇ ਬੈਠੇ ਨੇ। ਮੈਂ ਪਟਿਆਲੇ ਜੇਲ੍ਹ 'ਚ ਬੈਠਾ ਸੀਗਾ, ਬਟ ਬਿਕੋਜ਼ ਆਫ ਜਿਹੜਾ ਇਹ ਗ੍ਰੋਸ ਵਿਕਟਮਾਈਜੇਸ਼ਨ ਹੋਈ ਮੇਰੇ ਨਾਲ, ਇਹਦੇ ਨਾਲ ਪਬਲਿਕ ਸਿੰਪਥੀ ਜਿਹੜੀ ਜਨਰੇਟ ਹੋਈ ਔਰ ਲੋਕਾਂ ਨੇ ਮੇਰਾ ਸਾਥ ਦਿੱਤਾ। ਵਰਲਡ ਵਾਈਡ ਪੰਜਾਬੀਆਂ ਨੇ ਅਰਦਾਸ ਕੀਤੀ ਤੇ ਅੱਜ ਮੈਂ ਤੁਹਾਡੇ ਸਾਹਮਣੇ ਮੈਂ ਕੋਈ ਹੰਕਾਰ ਨਾ ਸਮਝੋ, ਪਰ ਮੈਂ ਮਜ਼ਬੂਤ ਇਰਾਦੇ ਨਾਲ ਜੇਲ੍ਹ ਤੋਂ ਬਾਹਰ ਤੁਹਾਡੇ ਕੋਲ ਇੱਥੇ ਸਾਹਮਣੇ ਬੈਠਾ। ਥੋੜੇ ਤੱਥ ਮੈਂ ਸੰਖੇਪ, ਜੋ ਮੁਕੱਦਮਾ ਮੇਰੇ ਤੇ ਈਡੀ ਦਾ ਬਣਾਇਆ ਗਿਆ ਉਹਦੇ ਬਾਰੇ ਗੱਲ ਕਰਨੀ। ਪਹਿਲੀ ਗੱਲ ਤਾਂ ਦੋਸਤੋ, ਤੁਸੀਂ ਇੱਕ ਵਾਰੀ ਨਿਗਾਹ ਮਾਰ ਕੇ ਦੇਖੋ, ਜਿਨ੍ਹਾਂ ਲੋਕਾਂ ਤੇ ਇਨਕਮ ਟੈਕਸ ਦੇ ਰੇਡ ਹੁੰਦੇ ਨੇ, CBI ਦਾ ਰੇਡ ਹੁੰਦਾ, ਈਡੀ ਦਾ ਮੁਕੱਦਮਾ ਹੁੰਦਾ, ਉਹ ਬਾਹਰ ਆਣ ਕੇ ਬੋਲਦੇ ਹੀ ਕੁਛ ਨਹੀਂ ਗੇ। ਬਿਕੋਜ਼ ਕਿਤੇ ਨਾ ਕਿਤੇ ਉਹ ਜਿਹੜੇ ਹੁੰਦੇ ਨੇ ਉਹਨਾਂ 'ਚ ਕੋਈ ਨਾ ਕੋਈ ਨੁਕਸ ਹੁੰਦਾ। ਮੈਂ ਜਿੱਦਣ ਮੇਰੇ ਰੇਡ ਹੋਇਆ ਸੀ ਇੱਥੇ ਗੇਟ ਤੇ, ਤੁਸੀਂ ਸਾਰੇ ਸੀਗੇ, 9 ਮਾਰਚ 2021, ਮੈਂ ਗੇਟ ਤੇ ਮੋਹਰੇ ਆਣ ਕੇ ਸਾਰੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ। ਹਾਲਾਂਕਿ ਈਡੀ ਦੀ ਟੀਮ ਅੰਦਰ ਬੈਠੀ ਸੀਗੀ, ਉਹ ਇੰਨਾ ਹੀ ਬੜਾ ਮੇਰੇ ਕਾਫੀ ਸੀਗਾ ਕਿ ਮੇਰੇ ਤੇ ਪ੍ਰਭਾਵ ਹੋਣਾ ਚਾਹੀਦਾ ਸੀ ਕਿ ਈਡੀ ਬੈਠੀ ਆ ਤੇ ਮੈਂ ਬਾਹਰ ਜਾ ਕੇ ਮੀਡੀਆ ਦੇ ਨਾਲ ਗੱਲ ਨਾ ਕਰਾਂ, ਮੈਨੂੰ ਅਰੈਸਟ ਨਾ ਕਰ। ਉਦੋਂ ਵੀ ਅਰੈਸਟ ਕਰ ਸਕਦੇ ਸੀਗੇ, ਬਟ ਬਿਕੋਜ਼ ਆਈ ਐਮ ਕੰਪਲੀਟਲੀ ਇਨੋਸੈਂਟ। ਮੈਂ ਸਾਰੀ ਜ਼ਿੰਦਗੀ 'ਚ 100 ਗਲਤ ਕੰਮ ਕੀਤੇ ਹੋਣਗੇ, 100 ਗਲਤ ਫੈਸਲੇ ਲਏ ਹੋਣਗੇ, ਸੌਰੀ, ਮੈਂ ਪੋਲੀਟੀਕਲੀ ਵਾਈਜ਼ ਨਹੀਂਗਾ ਬੰਦਾ। ਆਈ ਐਮ ਅ ਮੋਰ ਆਫ ਅ ਲੈਟਸ ਸੇ ਇਮੋਸ਼ਨਲ ਪਰਸਨ, ਬਟ ਮੈਂ ਕਦੀ ਜ਼ਿੰਦਗੀ 'ਚ ਬੇਈਮਾਨੀ ਨਹੀਂ ਕਦੀ ਕੀਤੀ, ਨਾ ਆਪਣੇ ਇਲਾਕੇ ਦੇ ਬੰਦਿਆਂ ਨਾਲ ਕਦੀ ਕੀਤੀ ਆ, ਨਾ ਆਪਣੇ ਸੂਬੇ ਦੇ ਨਾਲ ਕਦੀ ਕੀਤੀ ਆ। ਇਸ ਕਰਕੇ ਮੈਨੂੰ ਦੁੱਖ ਹੋਇਆ ਇਸ ਗੱਲ ਦਾ ਕਿ ਮੈਂ ਬੇਗੁਨਾਹ ਅੰਦਰ ਜਿਹੜਾ ਬੈਠਾ 78 ਦਿਨ, ਉਸ ਗੱਲ ਦਾ ਮੈਨੂੰ ਦੁੱਖ ਜਿਹੜਾ ਹੈਗਾ ਜ਼ਰੂਰ ਹੋਇਆ। ਔਰ ਜਿਨ੍ਹਾਂ ਲੋਕਾਂ ਨੇ ਕਰਾਇਆ ਮੇਰੇ ਤੇ, ਮੈਂ ਉਹਨਾਂ ਦਾ ਵੀ ਬੁਰਾ ਨਹੀਂ ਮੰਗਦਾ, ਰੱਬ ਉਹਨਾਂ ਦਾ ਵੀ ਭਲਾ ਕਰੇ। ਪਰ ਮੈਂ ਆਪਣੀ ਬੇਗੁਨਾਹੀ ਦਾ ਸਬੂਤ ਤੁਹਾਡੀ ਅਦਾਲਤ ਵਿੱਚ, ਲੋਕਾਂ ਦੀ ਅਦਾਲਤ ਵਿੱਚ ਰੱਖਣ ਜਾ ਰਿਹਾ ਹਾਂ। ਤੁਹਾਨੂੰ ਯਾਦ ਹੋਵੇਗਾ ਜਿੱਦਣ 9 ਮਾਰਚ ਨੂੰ ਮੇਰੇ ਇੱਥੇ ਰੇਡ ਹੋਇਆ, ਈਡੀ ਨੇ ਇੱਕ ਬੜੀ ਸ਼ਰਾਰਤ ਭਰਪੂਰ ਈਮੇਲ ਕੀਤੀ ਸੀ ਕਿ ਖਹਿਰਾ ਇੱਕ ਇੰਟਰਨੈਸ਼ਨਲ ਡਰੱਗ ਰੈਕਟ ਦਾ ਕਿੰਗ ਪਿਨ ਹੈ। ਉਹ ਸ਼ਬਦ ਜਿਹੜਾ ਡਰੱਗ ਰੈਕਟ ਦਾ ਕਿੰਗ ਪਿਨ ਹੈ, ਉਹ ਇਸ ਚਲਾਨ ਵਿੱਚ ਕਿਤੇ ਨਹੀਂਗਾ ਮੇਰੇ ਵੀਰੋ। ਆ ਚਲਾਨ ਪੇਸ਼ ਹੋਇਆ 7 ਮਾਰਚ ਨੂੰ, ਇਹਦੇ 'ਚ ਕਿਤੇ ਨਹੀਂ ਲਿਖਿਆ ਉਹਨਾਂ ਨੇ ਕਿ ਡਰੱਗ ਰੈਕਟ ਦਾ ਕਿੰਗ ਪਿਨ ਖਹਿਰਾ ਵਾ। ਨੰਬਰ 1। ਨੰਬਰ 2, ਇਹਨਾਂ ਨੇ ਕਿਹਾ ਜੀ ਇਹਦੇ ਕੋਲ ਫੇਕ ਪਾਸਪੋਰਟਸ ਨੇ। ਤੁਹਾਨੂੰ ਯਾਦ ਹੋਊਗਾ ਸਾਰਿਆਂ ਨੂੰ ਚੰਗੀ ਤਰ੍ਹਾਂ, ਕੋਈ ਫੇਕ ਪਾਸਪੋਰਟ ਨਾ ਮੇਰੇ ਕੋਲ ਲੱਭਾ, ਨਾ ਚਲਾਨ ਦੇ ਵਿੱਚ ਹੈਗਾ। ਕਿਤੇ ਫੇਕ ਕਰੰਸੀ ਦਾ ਇਲਜ਼ਾਮ ਲਾਇਆ, ਨਾ ਫੇਕ ਕਰੰਸੀ ਕੋਈ ਲੱਭੀ, ਨਾ ਉਹ ਚਲਾਨ ਦਾ ਹਿੱਸਾ ਵਾ। ਮੇਰੇ ਕੋਲ ਜੂਲਰੀ ਦਾ ਇਲਜ਼ਾਮ ਲਾਇਆ ਕਿ ਜੀ ਬੱਚਿਆਂ ਦੇ ਸ਼ਾਦੀਆਂ ਤੇ ਬੜਾ ਨਹੀਂ ਕਿੱਥੇ ਕਿੱਥੇ ਡਿਜ਼ਾਈਨਰਾਂ ਕੋਲ ਲੈ ਕੇ ਆਏ, ਨਾ ਮੇਰੇ ਕੋਲ ਕੋਈ ਜੂਲਰੀ ਲੱਭੀ ਤੇ ਨਾ ਉਹ ਚਲਾਨ ਦਾ ਕੋਈ ਹਿੱਸਾ ਵਾ। ਇਹ ਸਾਰਾ ਕੁਝ ਚਲਾਨ ਦੇ ਵਿੱਚ। ਔਰ ਜਦੋਂ ਮੈਨੂੰ ਅਰੈਸਟ ਕੀਤਾ, ਇੱਕ ਇਹਨਾਂ ਨੇ ਪਹਿਲਾ ਵੱਡਾ ਇਲਜ਼ਾਮ ਲਾਇਆ ਕਿ ਜੀ ਖਹਿਰਾ, ਮਿਸਟਰ ਸੁਖਪਾਲ ਖਹਿਰਾ ਇਵੇਸਿਵ ਸੀ, ਨਾਨ ਕੋਆਪਰੇਟਿਵ ਸੀ। ਮੈਂ ਉਹਨੂੰ ਈਡੀ ਨੂੰ ਵੀ ਕਿਹਾ ਤੇ ਜੱਜ ਸਾਹਿਬ ਨੂੰ ਵੀ ਕਿਹਾ, ਮੈਂ ਆਪ ਹੀ ਬੋਲ ਪਿਆ ਉੱਥੇ ਅਦਾਲਤ ਵਿੱਚ, ਸ਼ਾਇਦ ਤੁਹਾਡੇ ਚੋਂ ਕੁਝ ਸੀਗੇ ਬੰਦੇ ਉੱਥੇ। ਮੈਂ ਕਿਹਾ ਜੀ ਇਹਨਾਂ ਨੂੰ ਪੁੱਛੋ 9 ਮਾਰਚ ਤੋਂ ਬਾਅਦ ਤੇ 11 ਨਵੰਬਰ ਨੂੰ ਮੈਨੂੰ ਅਰੈਸਟ ਕੀਤਾ, 10 ਵਾਰ ਮੈਂ ਦਿੱਲੀ ਗਿਆ ਇਹਨਾਂ ਦੇ ਕਹਿਣ ਦੇ ਉੱਤੇ। ਸਾਰਾ ਦਿਨ ਇਹਨਾਂ ਦੀ ਕਸਟਡੀ ਵਿੱਚ ਰਹਿ ਕੇ ਮੈਂ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਔਰ ਜਦੋਂ ਇਹਨਾਂ ਦੇ ਜਵਾਬ ਕੰਮ ਰਹਿ ਜਾਂਦਾ ਸੀ, ਮੈਂ ਆਪ ਵੋਲੰਟੀਅਰ ਕੀਤਾ ਕਿ ਜਿਹੜਾ ਇਨਵੈਸਟੀਗੇਟਿੰਗ ਆਫਸਰ ਸੀਗਾ, ਮੈਂ ਕਿਹਾ ਤੁਹਾਡਾ ਕੰਮ ਨਹੀਂ ਮੁੱਕਿਆ? ਕਹਿੰਦਾ ਨਹੀਂ ਅੱਜ ਦਾ ਨਹੀਂ ਮੁੱਕਿਆ। ਮੈਂ ਕਿਹਾ ਮੈਂ ਕੱਲ ਫਿਰ ਰੁਕ ਜਾਣਾ ਵਾ। ਮੈਂ ਆਪ ਰੁਕ ਕੇ ਅਗਲੇ ਦਿਨ ਵੀ ਉੱਥੇ ਈਡੀ ਦੇ ਦਫ਼ਤਰ ਜਾ ਕੇ ਇਹਨਾਂ ਨੂੰ ਬਿਆਨ ਦਿੱਤੇ। ਔਰ ਜਿੱਦਣ ਇੱਥੇ ਅਰੈਸਟ ਮੈਨੂੰ ਕੀਤਾ 12ਵੇਂ ਦਿਨ, 12 ਵਾਰੀ ਹੋ ਗਿਆ ਸੀਗਾ, 88 ਘੰਟੇ ਮੈਂ ਈਡੀ ਦੇ ਨਾਲ ਇਹਨਾਂ ਦੀ ਕੁਐਸਚਨਿੰਗ ਕੀਤੀ ਸੀਗੀ ਤੇ ਇਹਨਾਂ ਨੂੰ ਮੇਰੇ ਖਿਲਾਫ ਕੁਝ ਨਹੀਂ ਲੱਭਿਆ।
ਔਰ ਜੇ ਮੈਨੂੰ ਇਹਨਾਂ ਨੇ ਅਰੈਸਟ ਕਰਨਾ ਸੀਗਾ, ਅਗਰ ਮੈਂ ਗੁਨਾਹਗਾਰ ਸੀਗਾ ਤੇ 88 ਘੰਟੇ ਮੈਨੂੰ ਕਿਉਂ ਕੁਐਸਚਨਿੰਗ ਕਰਦੇ ਰਹੇ ਨੇ, ਦਿੱਲੀ ਬੁਲਾਉਂਦੇ ਰਹੇ ਨੇ, ਉਦੋਂ ਵੀ ਕਰ ਸਕਦੇ ਸੀਗੇ। ਬਟ ਦ ਮੋਟਿਵ ਆਫ ਦੀ ਈਡੀ ਬੇਸਿਕਲੀ ਪ੍ਰਾਇਮਰੀਲੀ ਵਾਸ ਟੂ ਗੈਗ ਮਾਈ ਵੌਇਸ, ਟੂ ਇੰਟੀਮੀਡੇਟ ਮੀ, ਟੂ ਆਰਮ ਟਵਿਸਟ ਮੀ, ਔਰ ਸਬਕ ਸਿਖਾਉਣ ਦੀ ਨੀਤੀ ਦੇ ਨਾਲ ਬਦਲਾਖੋਰੀ ਤੇ ਉਤਰਿਆ ਹੋਇਆ ਸੀ ਬੀਜੇਪੀ ਦੀ ਸਰਕਾਰ, ਔਰ ਈਡੀ ਉਹਨਾਂ ਦਾ ਹੱਥ ਕੰਡਾ ਹੈ। ਬਦਲਾਖੋਰੀ ਮੈਂ ਜਦੋਂ ਕਹਿੰਦਾ ਤੁਸੀਂ ਕਹੋ ਜੀ ਸਾਰੇ ਹੀ ਕਹਿੰਦੇ ਨੇ ਜੀ, ਹਾਂ ਅਗਰ ਦੇਸ਼ ਪੱਧਰ ਤੇ ਦੇਖੀਏ ਤੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਦਾ ਬਦਲਾਖੋਰੀ ਕਹਿਣਾ ਵਾਜਬ ਆ। ਉਹ ਇਸ ਕਰਕੇ ਵਾਜਬ ਆ ਕਿ 2014 ਚ ਪ੍ਰਾਈਮ ਮਿਨਿਸਟਰ ਬਣੇ ਨੇ ਮੋਦੀ ਸਾਹਿਬ, ਤੇ 8 ਸਾਲਾਂ ਚ ਕਿਸੇ ਇੱਕ ਬੀਜੇਪੀ ਦੇ ਬੰਦੇ ਖਿਲਾਫ ਕੋਈ ਨਾ ਕੋਈ ਇਨਵੈਸਟੀਗੇਸ਼ਨ ਹੋਈ ਆ, ਨਾ ਕੋਈ ਕੇਸ ਚਲਾਇਆ ਵਾ, ਨਾ ਕਿਸੇ ਨੂੰ ਗ੍ਰਿਫਤਾਰ ਕੀਤਾ। ਇਹਦਾ ਮਤਲਬ ਸਭ ਤੋਂ ਵੱਡੀ ਕਾਰੋਬਾਰੀਆਂ ਦੀ ਪਾਰਟੀ ਬੀਜੇਪੀ ਨੇ ਕੋਈ ਜੁਰਮ ਨਹੀਂ ਕੀਤਾ ਪਿਛਲੇ 140 ਕਰੋੜ ਦੀ ਆਬਾਦੀ ਵਿੱਚ। ਕਿਸੇ ਬੀਜੇਪੀ ਦੇ ਲੀਡਰ ਨੇ, ਵਰਕਰ ਨੇ, ਆਗੂ ਨੇ ਕੋਈ ਜੁਰਮ ਨਹੀਂ ਕੀਤਾ ਜਿਹਦੇ 'ਚ ਈਡੀ ਤੇ ਸੀਬੀਆਈ ਤੇ ਇਨਕਮ ਟੈਕਸ ਦੀ ਛਾਪੇਮਾਰੀ ਦੀ ਲੋੜ ਸੀਗੀ। ਔਰ ਇਹਨਾਂ ਨੇ ਜੇ ਛਾਪੇਮਾਰੀ ਕੀਤੀ ਆ ਕੇਵਲ ਚੁਣ ਕੇ ਪੋਲੀਟੀਕਲ ਓਪੋਨੈਂਟਸ ਨੂੰ, ਸਟਾਰਟ ਫਰਮ ਜੰਮੂ ਕਸ਼ਮੀਰ, ਮੁਫਤੀ ਮੁਹੰਮਦ ਮਹਿਬੂਬਾ ਮੁਫਤੀ ਮੁਹੰਮਦ ਸਈਦ ਦੀ ਲੜਕੀ, ਮੁਫਤੀ ਜਿਹੜੀ ਚੀਫ ਮਿਨਿਸਟਰ ਸੀਗੀ, ਉਹਦੇ ਤੇ ਈਡੀ ਦਾ ਮੁਕੱਦਮਾ ਚੱਲ ਰਿਹਾ ਵਾ ਮਹਿਬੂਬਾ ਦੇ ਖਿਲਾਫ। ਪੰਜਾਬ ਦੇ ਵਿੱਚ ਆ ਜਾਓ, ਤੁਸੀਂ ਮੇਰੇ ਤੇ ਚਲਾਇਆ ਵਾ, ਮੇਰੇ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਵੀ ਚਲਾਇਆ ਹੋਇਆ ਸੀਗਾ। ਅੱਗੇ ਚੱਲ ਜਾਓ, ਤੁਸੀਂ ਹੂਡਾ ਸਾਹਿਬ ਨੂੰ ਟਾਰਗੇਟ ਕੀਤਾ ਹੋਇਆ ਵਾ। ਅੱਗੇ ਚੱਲ ਜਾਓ, ਚਿਦੰਬਰਮ ਨੂੰ, ਇੱਕ ਹੋਮ ਮਿਨਿਸਟਰ ਨੂੰ ਕੰਧਾ ਟੱਪ ਕੇ ਉਹਦੇ ਘਰੋਂ ਚੱਕ ਕੇ ਉਹਨੂੰ ਅਰੈਸਟ ਕਰ ਦਿੱਤਾ। ਫਾਈਨੈਂਸ ਮਿਨਿਸਟਰ ਨੂੰ, ਉਹਨੂੰ ਟਾਰਗੇਟ ਕੀਤਾ ਹੋਇਆ। ਅੱਗੇ ਕਰਨਾਟਕਾ ਚੱਲ ਜਾਓ, ਬਿਕੋਜ਼ ਗਵਰਨਮੈਂਟ ਤੋੜੀ ਸੀ ਬੀਜੇਪੀ ਦੀ, ਡੀਕੇ ਸ਼ਿਵ ਕੁਮਾਰ ਜਿਹੜਾ ਉੱਥੇ ਮਿਨਿਸਟਰ ਸੀਗਾ, ਅੱਜ ਕਾਂਗਰਸ ਦਾ ਪ੍ਰੈਜ਼ੀਡੈਂਟ ਆ, ਉਹਨੂੰ ਅਰੈਸਟ ਕਰ ਲਿਆ ਇਹਨਾਂ ਨੇ। ਮਹਾਰਾਸ਼ਟਰ ਵਿੱਚ ਇਲੈਕਸ਼ਨ ਆਈ ਤਾਂ ਅਨਿਲ ਦੇਸ਼ਮੁਖ ਨੂੰ ਚੱਕ ਲਿਆ ਉੱਥੇ। ਵੈਸਟ ਬੰਗਾਲ ਵਿੱਚ ਇਲੈਕਸ਼ਨ ਹੁੰਦੇ ਟੀਐਮਸੀ ਦੇ ਲੀਡਰ ਚੱਕ ਲੈਂਦੇ ਨੇ। ਹੁਣ ਯੂਪੀ ਦੀ ਇਲੈਕਸ਼ਨ ਚੱਲ ਰਹੀ ਆ ਤੇ ਸਮਾਜਵਾਦੀ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ। ਇੱਥੋਂ ਇੱਕ ਗੱਲ ਸਪਸ਼ਟ ਹੁੰਦੀ ਆ that BJP is misusing these agencies to their political advantage and indulging in extreme political vendetta, witch hunt and character assassination. ਹੁਣ ਤੁਸੀਂ ਕਹੋਗੇ ਮੈਂ ਤਾਂ ਕੋਈ ਏਡਾ ਵੱਡਾ ਲੀਡਰ ਨਹੀਂ ਸੀ, ਮੇਰੇ ਤੇ ਖਿਲਾਫ ਕਿਉਂ ਈਡੀ ਕਰ ਲਈ? ਮੇਰੇ ਖਿਲਾਫ ਈਡੀ ਦੀ ਇੱਕ ਸਾਜ਼ਿਸ਼ ਬੁਣੀ ਗਈ ਹੈ, ਉਹਦੇ ਚ 3 ਧਿਰਾਂ ਇਨਵੋਲਵਡ ਨੇ। ਬੀਜੇਪੀ ਇਸ ਲਈ ਇਨਵੋਲਵਡ ਹੈ ਕਿਉਂਕਿ ਮੈਂ ਯੂਆਪਾ ਦਾ ਬਹੁਤ ਵੱਡਾ ਵਿਰੋਧ ਕੀਤਾ ਪੰਜਾਬ ਦੇ ਵਿੱਚ, ਐਂਡ ਇਟ ਪੇਨਸ them. When I was speaking against UAPA, I was speaking against wrongful investigations by NIA. It was paining them. When I was saying कि अजीत डोवाल ने प्राइम मिनिस्टर ਦੇ ਐਡਵਾਈਜ਼ਰ ਨੇ ਪੰਜਾਬ ਦੇ ਵਿੱਚ ਡੀਜੀਪੀ ਜਿਹੜਾ ਦਿਨਕਰ ਗੁਪਤਾ ਆਪਣੀ ਮਰਜ਼ੀ ਨਾਲ ਆਇਆ ਵਾ ਹੋਮ ਡਿਪਾਰਟਮੈਂਟ, ਬੀਜੇਪੀ ਨੇ ਹਾਈਜੈਕ ਕਰ ਲਿਆ ਪੰਜਾਬ ਦਾ। ਇਟ ਵਾਸ ਪੇਨਿੰਗ them. ਫਾਰਮਰਸ ਐਜੀਟੇਸ਼ਨ ਆਈ, ਸਭ ਨੇ ਰੋਲ ਅਦਾ ਕੀਤਾ, ਲੇਕਿਨ ਮੈਂ ਮੋਹਰੇ ਲੱਗ ਕੇ ਫਾਰਮਰਸ ਐਜੀਟੇਸ਼ਨ ਤਿੰਨੇ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ। ਇਹ ਪਸੰਦ ਨਹੀਂ ਹੈ ਉਹਨਾਂ ਨੂੰ, ਕੋਈ ਵੀ ਬੰਦਾ ਬੋਲਦਾ ਉਹਨਾਂ ਨੂੰ ਪਸੰਦ ਨਹੀਂਗਾ। ਨਵਰੀਤ ਡਿਬਡਿਬਾ ਟਰੈਕਟਰ ਪਰੇਡ ਵਾਲੇ ਦਿਨ ਮਾਰਿਆ ਗਿਆ 26 ਜਨਵਰੀ 'ਚ, ਥੋੜੇ ਬੰਦਿਆਂ ਨੇ ਆਵਾਜ਼ ਉਠਾਈ, ਉਹਦੇ ਸਭ ਤੋਂ ਜ਼ਿਆਦਾ ਆਵਾਜ਼ ਰੁਦਰਪੁਰ ਜਾ ਕੇ ਉਹਦੇ ਭੋਗ ਤੇ ਵੀ ਗਿਆ, ਉਹਦੇ ਪਰਿਵਾਰ ਨੂੰ ਨਾਲ ਲਿਆ, ਹਰਦੀਪ ਸਿੰਘ ਨੂੰ ਚੱਕ ਕੇ ਤੇ ਦਿੱਲੀ ਦੇ ਹਾਈ ਕੋਰਟ ਵਿੱਚ ਜਾ ਕੇ ਮੈਂ ਪਟੀਸ਼ਨ ਪਾਈ, ਜਿਹੜੀ ਉਹਦੀ ਟਰੈਕਟਰ ਪਰੇਡ ਦੀ ਉਹਦੀ ਜਿਹੜੀ ਮੌਤ ਹੋਈ ਹੈ ਗੋਲੀ ਦੇ ਨਾਲ, ਉਹਦੀ ਇਨਕੁਆਇਰੀ ਲਗਵਾਈ ਹੋਈ ਆ। ਸੋ ਆਲ ਦਿਸ ਪੇਨਡ ਬੀਜੇਪੀ ਟੂ ਗਿਵ them a ground, ਔਰ ਗਰਾਊਂਡ ਪ੍ਰੋਵਾਈਡ ਕੀਤਾ ਦੋ ਸਾਡੇ ਵਿਰੋਧੀਆਂ ਨੇ। ਇੱਕ ਪ੍ਰੋਵਾਈਡ ਕੀਤਾ ਰਾਣੇ ਗੁਰਜੀਤ ਨੇ, ਜਿਹੜਾ ਮੇਰੇ ਖਿਲਾਫ FIR ਸੀ ਨਾ, ਕਿਉਂਕਿ ਈਡੀ ਜਿਹੜੀ ਆ ਨਾ ਉਹ ਕੋਈ ਆਪ FIR ਦਰਜ ਨਹੀਂ ਕਰਦੀ, ਉਹ ਕਿਸੇ FIR ਨੂੰ ਚੱਕ ਕੇ ਇਨਵੈਸਟੀਗੇਟ ਕਰਦੀ ਆ। ਮੇਰੇ ਖਿਲਾਫ 2017 ਚ ਜਿਹੜਾ ਬੇਬੁਨਿਆਦ ਕੋਰਟ ਚੋਂ ਸਮਨ ਕਰਾਏ ਸੀਗੇ, ਪੁਲਿਸ ਵਾਲਾ ਨੂੰ ਰੀਕਾਲ ਕਰਾ ਕੇ FIR ਨੰਬਰ 35 NDPS ਦਾ ਐਕਟ, ਉਹ ਮੇਰੇ ਖਿਲਾਫ ਜਿਹੜਾ ਇਸ ਸ਼ਰਾਰਤੀ ਬੰਦੇ ਨੇ ਬਣਾਇਆ ਸੀ, ਕਿਉਂਕਿ ਮੈਂ ਇਹਨੂੰ ਰੇਤਾ ਖੱਡਾਂ ਦੇ ਉਸ ਜਿਹੜਾ ਸਕੈਂਡਲ ਸੀਗਾ ਉਹਦੇ ਚੋਂ ਬੇਨਕਾਬ ਕੀਤਾ ਸੀਗਾ। ਇਹਦਾ ਗੁਰਿੰਦਰ ਭਾਪੇ ਦਾ 5 ਕਰੋੜ ਬੇਨਕਾਬ ਕੀਤਾ ਸੀ। ਇਹਦਾ ਜਿਹੜਾ ਅਮਿਤ ਬਹਾਦਰ ਕੁੱਕ ਤੋਂ 5 ਕਰੋੜ ਰੁਪਇਆ ਜਮ੍ਹਾਂ ਕਰਾਇਆ ਇਹਨੇ ਬੇਨਾਮੀ, ਜਾਂ ਕਿੰਨੇ ਕਰੋੜ ਰੁਪਇਆ ਜਮ੍ਹਾਂ ਕਰਾਇਆ, ਉਹ ਬੇਨਕਾਬ ਕੀਤਾ ਸੀਗਾ। ਹੀ ਪਲੇਡ ਅ ਵੈਰੀ ਡੂਬੀਅਸ, ਨੈਫਾਰੀਅਸ, ਏ ਮਿਸਚੀਵੀਅਸ ਰੋਲ ਬਿਹਾਈਂਡ ਦ ਕਰਟਨ। ਮੂਹਰੇ ਆ ਕੇ ਲੜਨ ਜੋਗਾ ਨਹੀਂ, ਕਾਇਰ ਆਦਮੀ ਆ। ਦੂਸਰਾ ਰੋਲ ਅਦਾ ਕੀਤਾ ਇਹ ਜਿਹੜੀ ਝੂਠਿਆਂ ਦੀ ਪਾਰਟੀ ਆ ਕੇਜਰੀਵਾਲ ਦੀ। ਮੈਨੂੰ ਜਦੋਂ ਅਰੈਸਟ ਕੀਤਾ ਨਾ, ਮੇਰੇ ਤੇ ਮੇਨ ਗਰਾਊਂਡ ਆਫ ਅਰੈਸਟ, ਔਰ ਤੁਸੀਂ ਹੈਰਾਨ ਹੋਵੋਗੇ ਕਿ ਦੇਖੋ ਕਿੱਦਾਂ ਦੀ ਵਰਕਿੰਗ ਆ ਅੱਜ ਦੇ ਯੁੱਗ ਵਿੱਚ। ਗਰਾਊਂਡਸ ਆਫ ਅਰੈਸਟ ਸਿਰਫ ਤੁਹਾਨੂੰ ਕਹਿੰਦੇ ਜੀ ਪੜ੍ਹ ਲਓ, ਆਹ ਕਾਗਜ਼ ਮੈਨੂੰ ਦਿੱਤਾ ਉਹਨਾਂ ਦੇ ਕੋਲ ਆ, ਕਹਿੰਦੇ ਜੀ ਆਹ ਗਰਾਊਂਡਸ ਆਫ ਅਰੈਸਟ ਆ 4, ਪੜ੍ਹ ਲਓ, ਤੁਹਾਨੂੰ ਦੇਣੇ ਨਹੀਂਗੇ, ਕੋਰਟ ਨੂੰ ਵੀ ਨਹੀਂ ਦਿੱਤੇ। ਤੇ ਗਰਾਊਂਡਸ ਆਫ ਅਰੈਸਟ ਜਦੋਂ ਮੈਂ ਪੜ੍ਹੇ ਮੈਂ ਹੈਰਾਨ ਹੋ ਗਿਆ। ਉਹਦੇ ਪਹਿਲਾ ਗਰਾਊਂਡ ਆਫ ਅਰੈਸਟ ਸੀਗਾ ਕਿ ਕੇਜਰੀਵਾਲ ਦਾ ਜਿਹੜਾ ਸਕੱਤਰ ਆ ਪੰਜਾਬ ਪੰਕਜ ਗੁਪਤਾ, ਉਸ ਬੰਦੇ ਨੇ ਤੁਹਾਡੇ ਖਿਲਾਫ ਬਿਆਨ ਦਿੱਤਾ ਵਾ
ਕਿ ਇਹਨੇ $1,19,000 ਜਿਹੜਾ ਵਿਦੇਸ਼ਾਂ ਚੋਂ ਇਕੱਠਾ ਹੋਇਆ ਉਹ ਸਾਡੀ ਪਾਰਟੀ ਦਾ ਨਹੀਂ, ਅਸੀਂ ਭੇਜਿਆ ਹੀ ਨਹੀਂ ਸੀਗਾ। ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਆ ਮੇਰੇ ਕੋਲ ਨਾ ਪੋਸਟਰ ਹੈ, ਦੇਖਿਓ ਜਰਾ, ਆ ਆਮ ਆਦਮੀ ਪਾਰਟੀ ਦਾ ਨਾ ਆਫੀਸ਼ੀਅਲ ਪੇਜ ਆ, ਜ਼ੂਮ ਕਰਕੇ ਦੇਖੋ ਜਰਾ ਚੰਗੀ ਤਰ੍ਹਾਂ ਨਾਲ। 2016 ਦੇ ਵਿੱਚ ਮੈਨੂੰ ਅਮਰੀਕਾ ਭੇਜਿਆ ਗਿਆ। ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਨੇ ਉੱਥੇ ਅਮਰੀਕਾ ਮੇਰੇ 16 ਸ਼ਹਿਰਾਂ ਦੇ ਵਿੱਚ, ਆਹ 16 ਸ਼ਹਿਰਾਂ ਦੇ ਨਾਮ ਹੈ, ਮੇਰੇ 16 ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਰਖਾਏ ਨੇ ਔਰ ਉਹ 16 ਸ਼ਹਿਰਾਂ ਦੀਆਂ ਮੀਟਿੰਗਾਂ ਦੇ ਪੋਸਟਰਸ ਨੇ। ਆ ਦੇਖਿਓ, ਆ ਮੈਂ ਆਪਣੀ ਕੱਲਾ ਮੀਟਿੰਗ ਕਰਨ ਨਹੀਂ ਗਿਆ ਸੀਗਾ ਉੱਥੇ, ਆ ਸਾਰੇ ਪੋਸਟਰਸ ਜਿਹੜੇ 16 ਸ਼ਹਿਰਾਂ ਦੇ ਵਿੱਚ ਮੀਟਿੰਗਾਂ ਕੀਤੀਆਂ, ਇੰਟਾਇਰ ਆਫ ਕੈਲੀਫੋਰਨੀਆ, ਸਾਰਾ ਜਿਹੜਾ ਇੰਡੀਆਨਾ ਸਟੇਟ, ਸ਼ਿਕਾਗੋ ਔਰ ਸਾਰੇ ਮੇਰਾ ਖਿਆਲ ਹੈ ਹਿਊਸਟਨ ਕੀ ਤੇ ਡੈਲਸ ਕੀ, 16 ਸ਼ਹਿਰਾਂ ਦੇ ਵਿੱਚ ਮੇਰੇ ਕੋਲ ਮੀਟਿੰਗਾਂ ਕਰਾ ਕੇ ਇਹਨਾਂ ਦੇ ਪਿੱਛੇ ਬੈਨਰ ਲੱਗੇ ਹੋਏ ਨੇ। ਇਹਨਾਂ ਦੇ ਬੰਦੇ ਉੱਥੇ ਵੋਲੰਟੀਅਰ ਇਦਾਂ ਟੇਬਲ ਲਾਉਂਦੇ ਸੀ, ਸਾਈਡ ਤੇ ਪੈਸੇ ਕਲੈਕਟ ਕਰਦੇ ਸੀ, ਕਾਰਡਸ ਸਵਾਈਪ ਕਰਦੇ ਸੀਗੇ, ਡੈਬਿਟ ਕਾਰਡ ਸਵਾਈਪ ਕਰਦੇ ਸੀਗੇ, ਕ੍ਰੈਡਿਟ ਕਾਰਡ ਸਵਾਈਪ ਕਰਦੇ ਸੀਗੇ। ਉਹ ਪੈਸਾ ਇਕੱਠਾ ਕਰਕੇ ਕੇਜਰੀਵਾਲ ਦੀ ਪਾਰਟੀ 'ਚ ਗਿਆ ਵਾ ਔਰ $1,19,000 ਨਹੀਂਗਾ, ਘੱਟੋ ਘੱਟ 2 ਕਰੋੜ ਰੁਪਇਆ ਲੈ ਕੇ ਗਏ ਉੱਥੇ NRIs ਤੋਂ ਇਕੱਠਾ ਕਰਕੇ ਮੇਰੀ ਮੋਟੀਵੇਸ਼ਨ ਦੇ ਉੱਤੇ। ਤੇ ਬਾਅਦ 'ਚ ਝੂਠਿਆਂ ਨੇ ਕਹਿ ਦਿੱਤਾ ਕਿ ਇਹਦੇ ਪੈਸਾ ਜਿਹੜਾ ਹੈਗਾ ਉਹ ਸਾਡਾ ਨਹੀਂ ਸੀਗਾ। ਤੇ ਮੈਂ ਤੁਹਾਨੂੰ ਈਡੀ ਨੂੰ ਪੁੱਛਿਆ, ਈਡੀ ਮੇਰਾ ਰਿਪਲਾਈ ਨਾ ਲਵੇ ਔਨ ਰਿਕਾਰਡ। ਮੈਂ ਅਲਟੀਮੇਟਲੀ ਕੁਝ ਮੇਰੇ ਕੋਲ ਹਾਲ ਨਹੀਂ ਸੀਗਾ, ਮੈਂ ਈਡੀ ਨੂੰ ਈਮੇਲ ਕਰਤਾ। ਜਿੱਦਣ ਮੈਨੂੰ ਅਰੈਸਟ ਕਰ ਰਹੇ ਸੀਗੇ ਮੈਂ ਬਹੁਤ ਕਿਹਾ ਉਹਨਾਂ ਨੂੰ, ਸਾਰਾ ਮੈਂ ਦਿਖਾਤੇ ਪੋਸਟਰ, ਫੇਸਬੁੱਕ ਕੱਢ ਕੇ ਦਿਖਾਤਾ ਉਹਨੂੰ, ਈਡੀ ਦੇ ਅਫਸਰਾਂ ਨੂੰ। ਮੈਂ ਕਿਹਾ ਤੁਸੀਂ ਮੈਨੂੰ ਕਹਿੰਦੇ ਗਰਾਊਂਡਸ ਆਫ ਅਰੈਸਟ ਹੈਗਾ ਆ ਪੈਸੇ, ਤੇ ਆ ਮੀਟਿੰਗਾਂ ਕੀਤੀਆਂ 16 ਸ਼ਹਿਰਾਂ 'ਚ, ਆ ਟੇਬਲ ਲੱਗੇ ਹੋਏ ਨੇ, ਆ ਬੰਦਿਆਂ ਦੇ ਨਾਮ ਨੇ, ਆ ਆਰਗੇਨਾਈਜ਼ਰਸ ਨੇ ਅਮਰੀਕਾ ਦੇ, ਆ ਕੇਜਰੀਵਾਲ ਦੀ ਫੋਟੋ ਆ, ਤੇ ਤੁਸੀਂ ਮੇਰੇ ਤੇ ਇਲਜ਼ਾਮ ਗਲਤ ਲਾ ਰਹੇ ਹੋ ਤੇ ਤੁਸੀਂ ਆ ਲਓ। ਮੇਰਾ ਜਵਾਬ ਨਹੀਂ ਲੈਂਦੇ ਸੀਗੇ। ਆਈ ਥਿੰਕ ਮੈਨੂੰ ਚੰਗੀ ਗੱਲ ਸੁੱਝ ਗਈ, ਮੈਂ ਈਮੇਲ ਕਰਤਾ ਸਾਰਾ ਰਿਕਾਰਡ, ਇਹ ਸਾਰਾ ਕੁਝ ਈਮੇਲ ਤੇ ਰਿਕਾਰਡ ਕਰਤਾ। ਤਾਈਓ ਹੁਣ ਜਿਹੜਾ ਇਹ ਸਭ ਤੋਂ ਵੱਡਾ ਇਲਜ਼ਾਮ ਆ ਉਹ ਇਸ ਚਲਾਨ ਦਾ ਹਿੱਸਾ ਨਹੀਂਗਾ ਮੇਰੇ ਵੀਰੋ। ਇਹਦੇ 'ਚ ਹੁਣ ਹੈ ਨਹੀਂਗਾ $1,19,000 ਕਿੱਥੇ, ਕਹਿੰਦੇ ਹੁਣ ਨਹੀਂ ਸਾਨੂੰ ਪਤਾ ਕਿੱਥੇ ਹੈ ਜੀ। ਸੋ ਬੇਸਿਕਲੀ ਮੇਰੀ ਅਰੈਸਟ ਵਿੱਚ ਕੇਜਰੀਵਾਲ ਦਾ ਬਹੁਤ ਵੱਡਾ ਯੋਗਦਾਨ, ਔਰ ਮੇਰੇ ਨਾਲ ਨਫ਼ਰਤ ਕਰਦਾ ਵਾ। ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਬਣਾਇਆ, ਮੈਨੂੰ ਸੰਜੇ ਸਿੰਘ ਗਵਾਹ ਵਾ ਅੰਦਰ ਕਮਰੇ 'ਚ ਬੈਠਾ ਵਾ, ਜਦੋਂ 18-19 MLA ਨੇ ਲਿਖ ਕੇ ਦੇ ਦਿੱਤਾ ਨਾ ਕਿ ਅਸੀਂ ਖਹਿਰਾ ਸਾਹਿਬ ਨੂੰ ਲੀਡਰ ਆਫ ਆਪੋਜੀਸ਼ਨ ਬਣਾਉਣਾ, ਕੇਜਰੀਵਾਲ ਆਰਗਿਊਡ ਵਿਦ ਮੀ ਦੈਟ ਡੇ। ਔਰ ਲਾਸਟ ਆਰਗੂਮੈਂਟ ਦਾ ਜਿਹੜਾ ਪਾਰਟਿੰਗ ਲਾਈਨ ਸੀ, ਸ਼ਾਇਦ ਤੁਹਾਨੂੰ ਪਹਿਲਾਂ ਵੀ ਕਹੀ ਹੈ, ਮੈਨੂੰ ਕਹਿੰਦਾ कि खेरा साहब आपको बना तो रहे हैं, अगर मेरा बस चलता मैं आपको कभी भी LOP ना बनाता। आ बंदे दा कैरेक्टर है मेरे वीरो। और मैं तुहानू कहना चाहना वा कि जो मैनू उतारिया, कहंदा जी 16 MLA ने चिट्ठी लिख के दी, तुहानू कदी 16 MLA दे साइन की हुई चिट्ठी लिख के दी है? नहीं दी। छोटेपुर के खिलाफ 2 लाख रुपए का केवल महज एक स्टिंग ऑपरेशन का इल्जाम ला के उसका करियर तबाह करता उस बंदे का, जिन्हें 3 साल बिस्तरा रखा गड्डी दे विच। ਉਹ ਕਿੱਥੇ ਆ ਸਟਿੰਗ ਦਾ ਆਪਰੇਸ਼ਨ? ਇਦਾਂ ਇਹ ਆਦਮੀ ਲੋਕਾਂ ਦੇ ਕੈਰੀਅਰਸ ਨੂੰ ਡਿਸਟਰੋਏ ਕਰਦਾ ਵਾ। ਹੀ ਪਲੇਡ ਅ ਵੈਰੀ ਮਿਸਚੀਵੀਅਸ, ਅ ਵੈਰੀ ਰੋਂਗ ਰੋਲ ਇਨ ਮਾਈ ਅਰੈਸਟ ਬਿਕੋਜ਼ ਹੀ ਹੇਟਡ ਮੀ। ਔਰ ਇਸ ਬੰਦੇ ਨੇ ਪੰਕਜ ਗੁਪਤੇ ਤੋਂ ਮਿੱਥ ਕੇ ਬਿਆਨ ਦਵਾਇਆ, ਜਿਹੜਾ ਰਾਘਵ ਚੱਡੇ ਵਗੈਰਾ ਸਾਰੇ ਝੂਠਾਂ ਦੀ ਪੰਡਾ ਨੇ। ਮੈਂ ਪੰਜਾਬ ਦੇ ਲੋਕਾਂ ਨੂੰ ਬਾਅਦ 'ਚ ਕਿਸੇ ਵੇਲੇ ਆਉਣ ਕੇ ਲੰਬੀ ਡਿਟੇਲ ਵਿੱਚ ਦੱਸੂਗਾ। ਇਹਨਾਂ ਦੇ ਝਾਂਸਿਆਂ 'ਚ ਨਾ ਆ ਜਾਓ ਕਿਤੇ ਗਲਤੀ, ਮੈਂ ਲਾਗਿਓ ਕੰਮ ਕਰਕੇ ਦੇਖਿਆ ਹੋਇਆ ਵਾ। ਔਰ ਜਿਹੜਾ ਮੇਰੇ ਤੇ ਈਡੀ ਦੇ ਮੁਕੱਦਮਾ ਬਣਾਇਆ, ਕੇਜਰੀਵਾਲ ਸਾਹਿਬ ਦੀ ਮਿਹਰਬਾਨੀ ਨਾਲ ਬਣਿਆ ਵਾ, ਆਮ ਆਦਮੀ ਪਾਰਟੀ ਦੀ ਮਿਹਰਬਾਨੀ ਨਾਲ। ਕਿਉਂ? ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਜੇ ਮੈਂ ਵੀ ਆ ਹਰਪਾਲ ਵਰਗਾ ਹੁੰਦਾ, ਆਪਣੀ ਪੂੰਛ ਪਿੱਛੇ ਦੇ ਕੇ ਤੇ 2.5 ਸਾਲ ਕੱਢ ਲੈਂਦਾ ਤੇ ਮੈਨੂੰ ਕੋਲ ਲਾਉਂਦਾ ਥੋੜੋ ਸੀਗਾ। ਪਰ ਮੈਂ ਸੱਚ ਦਾ ਸਾਥ ਦੇ ਕੇ, ਰਾਣੇ ਗੁਰਜੀਤ ਦਾ ਡਟ ਕੇ ਅਪੋਜ਼ ਕਰਕੇ, ਅਮਰਿੰਦਰ ਸਿੰਘ ਦਾ ਡਟ ਕੇ ਅਪੋਜ਼ ਕਰਕੇ ਉਸ ਮੰਤਰੀ ਨੂੰ ਮੈਂ ਲਾਇਆ, ਤਾਈਓ ਮੇਰੇ ਤੇ ਉਹ NDPS ਦਾ ਮੁਕੱਦਮਾ ਬਣਿਆ ਵਾ। ਕੇਜਰੀਵਾਲ ਸਾਹਿਬ ਤੁਹਾਡੀ ਬਦੌਲਤ ਉਹ ਲੜਾਈ ਲੜੀ, ਤੁਸੀਂ ਤਾਂ ਫਿਰ ਪੂਛ ਪਿੱਛੇ ਦੇ ਕੇ ਤੇ ਮਜੀਠੀਏ ਕੋ ਮਾਫੀ ਮੰਗ ਲਈ ਨਸ਼ੇ ਦੇ ਮੁੱਦੇ ਦੇ ਉੱਤੇ। ਤੇ ਮੈਂ ਤਾਂ ਅੱਜ ਆਪਣੀ ਆਪ ਲੜਾਈ ਅੱਜ ਵੀ ਆਪ ਲੜ ਰਿਹਾ ਨਾ। ਮੈਂ ਤਾਂ ਸੁਪਰੀਮ ਕੋਰਟ ਨੇ ਉਹ ਮੈਂ, ਔਰ ਜਿਹੜਾ ਸਭ ਤੋਂ ਵੱਡੀ ਗੱਲ ਮੈਂ ਕਹਿ ਰਿਹਾ ਸੀ ਕਿ ਜਿਹੜੀ NDPS ਚੱਕੀ ਨਾ FIR, ਉਹ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤੀ ਹੋਈ ਹੈ, ਤਾਈਓ ਮੈਨੂੰ ਬੇਲ ਮਿਲੀ ਹੈ ਉੱਥੋਂ ਹਾਈ ਕੋਰਟ ਚੋਂ। ਇਸ ਕਰਕੇ ਦੂਸਰਾ ਪੁਆਇੰਟ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹਨਾਂ ਨੇ ਹੁਣ ਦੇਖੋ, ਈਡੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇੱਥੇ ਹਜ਼ਾਰਾਂ ਸੈਂਕੜੇ ਕਰੋੜ ਲੁੱਟ ਕੇ ਲੈ ਗਏ ਯਾਰ ਉਹ ਸਾਡੇ ਦੇਸ਼ ਦਾ। ਵਿਦੇਸ਼ਾਂ 'ਚ ਬੈਠੇ ਨੇ ਨੀਰਵ ਮੋਦੀ ਵਰਗੇ ਤੇ ਪਤਾ ਨਹੀਂ ਕਿੰਗਫਿਸ਼ਰ ਵਰਗੇ ਤੇ ਫਲਾਨਾ ਤੇ ਧਮਕਾਨਾ। ਮੇਰੇ ਖਿਲਾਫ ਇਨਵੈਸਟੀਗੇਸ਼ਨ ਕੀ ਕਰ ਰਹੇ? ਇਟਸ ਲਾਈਕ ਚੀਪ ਇਨਵੈਸਟੀਗੇਸ਼ਨ। ਮੇਰੇ ਖਿਲਾਫ ਇਲਜ਼ਾਮ ਕੀ ਲਾਇਆ ਸਾਰੇ ਚਲਾਨ ਦੇ ਵਿੱਚ ਇਸ 'ਚ ਕਿ ਜੀ ਇਹਨੇ 2014 ਤੋਂ ਲੈ ਕੇ 2020 ਤੱਕ 6 ਸਾਲਾਂ 'ਚ ਇਹਦੀ ਆਮਦਨ ਤੇ ਖਰਚੇ ਦੇ ਵਿੱਚ 3 ਕਰੋੜ 82 ਲੱਖ ਦਾ ਫਰਕ ਹੈ।
ਵੀ ਮੈਂ ਇਹਨੂੰ ਪੁੱਛਣਾ ਚਾਹੁੰਦਾ ਜੇ ਫਰਕ ਹੈ ਮੇਰੀ ਆਮਦਨ ਦਾ ਤੇ ਖਰਚੇ ਦਾ ਤੇ ਇਨਕਮ ਟੈਕਸ ਦਾ ਇੰਸਪੈਕਟਰ ਕਰੇ ਨਾ ਜਾਂਚ। ਈਡੀ ਜਾਂਚ ਕਿਉਂ ਕਰਦੀ ਹੈ ਇਸ ਕੇਸ ਦੀ? 3 ਕਰੋੜ 82 ਲੱਖ ਦਾ ਖਰਚਾ ਔਰ ਇਹਦੇ ਚ ਸ਼ਰਾਰਤ ਇਹ ਕੀਤੀ ਕਿ ਜਿਹੜਾ ਮੇਰੇ ਬੱਚਿਆਂ ਦੀ ਸ਼ਾਦੀ ਉਹਨੂੰ ਇਨਵੈਸਟੀਗੇਟ ਕੀਤਾ। ਮੇਰੀ ਜਿਹੜੀ ਈਡੀ ਦੀ ਇਨਵੈਸਟੀਗੇਸ਼ਨ ਆ ਮੇਰੇ ਬੱਚਿਆਂ ਦੀ ਸ਼ਾਦੀਆਂ ਦੀ ਇਨਵੈਸਟੀਗੇਸ਼ਨ ਆ ਤੇ ਜਾਂ ਥੋੜਾ ਜਿਹਾ ਮੈਂ ਘਰ ਨੂੰ ਠੀਕ ਕਰਾਇਆ, ਇਹਨਾਂ ਨੂੰ ਬੜਾ ਚੁੱਭਿਆ, ਇੰਨਾ ਕੀ ਠੀਕ ਕਰਾਇਆ ਅਗਲਾ ਹਿੱਸਾ। ਤੇ ਇਹਨਾਂ ਨੇ 3 ਕਰੋੜ 82 ਲੱਖ ਦਾ ਇਲਜ਼ਾਮ ਲਾਤਾ ਤੇ ਇਹ ਕਹਿਤਾ ਇਸ ਚਲਾਨ ਵਿੱਚ ਨਾ ਕਿਤੇ ਲਿਖਿਆ ਨਹੀਂਗਾ, ਇੱਕ ਪੈਰਾ ਸਿਰਫ ਕਿ ਜਿਹੜਾ 3 ਕਰੋੜ 82 ਲੱਖ ਦਾ ਇਹ ਅੰਤਰ ਹੈ ਨਾ ਪਾੜਾ ਵਾ, ਇਹ ਗੁਰਦੇਵ ਸਿੰਘ ਜਿਹੜਾ ਉਸ ਐਨਡੀਪੀਐਸ ਦੀ ਐਫਆਈਆਰ ਵਿੱਚ ਇਨਵੋਲਡ ਹੈ ਫਾਜ਼ਿਲਕਾ, ਇਹ 3 ਕਰੋੜ 82 ਲੱਖ ਰੁਪਇਆ ਗੁਰਦੇਵ ਸਿੰਘ ਦਿੰਦਾ ਸੀ ਇਹਨੂੰ ਡਰੱਗ ਮਨੀ। ਦੱਸਿਆ ਨਹੀਂ ਕਿੱਥੇ ਦਿੱਤੇ, ਕੋਈ ਗੱਡੀ ਲੈ ਕੇ ਦਿੱਤੀ, ਕੋਈ ਪਲਾਟ ਲੈ ਕੇ ਦਿੱਤਾ, ਕੋਈ ਮੇਰੇ ਫਲਾਣੇ ਦਿਨ ਫਲਾਣੇ ਦੇ ਸਾਹਮਣੇ ਕੈਸ਼ ਦਿੱਤਾ, ਕਿਤੇ ਨਹੀਂ ਲਿਖਿਆ। ਬਸ ਕਹਿਤਾ ਇਹ ਗੁਰਦੇਵ ਸਿੰਘ ਨੇ ਇਹਨਾਂ ਨੂੰ 3 ਕਰੋੜ 82 ਲੱਖ ਰੁਪਇਆ 6 ਸਾਲਾਂ ਚ। ਔਰ ਅਗਲੀ ਹਾਸੋ ਹੀ ਨਹੀਂ ਗੱਲ ਦੇਖੋ ਇਸ ਚਲਾਨ ਦੇ ਪੇਜ ਨੰਬਰ ਕਿੰਨੇ ਤੇ ਲਿਖਿਆ ਪੇਜ ਨੰਬਰ 70 ਹੈ ਚਲਾਨ ਦਾ, ਮੇਰੇ ਖਿਆਲ ਆਪ ਸਤਵੀਰ ਕੱਢਿਓ 70 ਦੇ ਪੈਰਾ 7.2 ਤੇ 7.2 ਨੰਬਰ ਪੈਰਾ ਤੇ ਲਿਖਿਆ ਇਹ ਗੁਰਦੇਵ ਸਿੰਘ ਜਿਹੜਾ ਮੈਨੂੰ 3 ਕਰੋੜ 82 ਲੱਖ ਦੇ ਰਿਹਾ ਨਾ ਉਹ ਆਪ ਡਿਫਾਲਟਰ ਆ, ਉਹਦੇ ਤੇ ਬੈਂਕਾਂ ਨੇ ਰਿਕਵਰੀ ਸੂਟ ਕੀਤੇ ਹੋਏ ਨੇ। ਉਹ 2015 ਦਾ 7.2 ਪੇਜ 70 ਉਹ 2015 ਦਾ ਜੇਲ੍ਹ 'ਚ ਆ, 2014 ਤੋਂ 20 ਤੱਕ ਮੈਨੂੰ ਪੈਸੇ ਦੇ ਰਿਹਾ, ਜੇਲ੍ਹ 'ਚ ਬੈਠਾ ਕਰਜ਼ਈ ਡਿਫਾਲਟਰ। ਬੈਂਕਾਂ ਨੇ ਉਹਦੇ ਤੇ ਰਿਕਵਰੀ ਸੂਟ ਕੀਤੇ ਆ ਤੇ ਉਹ ਪੈਸਾ ਮੈਨੂੰ ਦੇ ਰਿਹਾ। ਅੱਛਾ, ਇੱਕ ਇਲਜ਼ਾਮ ਲਾਇਆ ਜੀ ਕਿ ਇੱਕ ਗੁਰਦੇਵ ਸਿੰਘ ਦੇ ਨਾਲ ਕੋਈ ਕਨਵਿਕਟਡ ਆ ਫਾਜ਼ਿਲਕਾ ਦੇ ਬੰਦੇ 9-10, ਮੈਨੂੰ ਨਹੀਂ ਪਤਾ ਕੌਣ ਹੈ ਉਹ, ਹਰਬੰਸ ਸਿੰਘ। ਉਹਨੇ ਕਿਹਾ ਇਹ ਮੈਟਰ ਹੈਗਾ ਪੈਰਾ 5 ਪੇਜ 59 ਤੇ ਹੈ ਜੀ, ਤੁਹਾਨੂੰ ਮੈਂ ਚਲਾਨ ਦੀ ਕਾਪੀ ਭੇਜ ਦੂੰਗਾ, ਤੁਸੀਂ ਦੇਖਿਓ। ਉਹਦੇ ਕਹਿਤਾ ਜੀ ਗੁਰਦੇਵ ਸਿੰਘ ਨੇ ਇੱਕ ਜਿਹੜਾ 20 ਸਾਲ ਦੀ ਸਜ਼ਾ ਹੋਈ ਗੁਰਦੇਵ ਦੇ ਨਾਲ ਇੱਕ ਹਰਬੰਸ ਸਿੰਘ, ਉਹਨੇ ਕਿਹਾ ਜੀ ਕਿ ਗੁਰਦੇਵ ਸਾਨੂੰ ਦੱਸਦਾ ਵਾ ਕਿ ਖਹਿਰਾ ਕਹਿੰਦਾ ਵਾ ਕਿ ਤੁਹਾਨੂੰ ਜਿੰਨਾ ਮਰਜ਼ੀ ਕੰਮ ਕਰੋ ਤੁਹਾਨੂੰ ਬਚਾਉਣ ਨੂੰ ਮੈਂ ਬੈਠਾ ਵਾਂ। 2015 ਚ ਕੇਸ ਹੋਇਆ, 2015 ਚ ਮੈਂ ਆਪੋਜੀਸ਼ਨ ਸੀਗਾ, ਨਾ ਮੈਂ ਐਮਐਲਏ ਸੀ ਨਾ ਮੇਰੀ ਕੋਈ ਸ਼ਕਤੀ ਸੀ, ਤੇ ਮੈਂ ਅਫਸਰਾਂ ਨੂੰ ਕਹਿ ਕੇ ਕਹਿੰਦਾ ਵੀ ਸਮਗਲਿੰਗ ਕਰੋ ਤੁਸੀਂ। ਐਡਾ ਬੇਬੁਨਿਆਦ ਬੋਗਸ ਮਨ ਘੜਤ ਝੂਠਾ ਨਫ਼ਰਤ ਦੀ ਭਾਵਨਾ ਨਾਲ ਇਹ ਮੁਕੱਦਮਾ ਬਣਾਇਆ। ਇਟ ਵਿਲ ਨੈਵਰ ਸਟੈਂਡ ਦ ਡੇ ਆਫ ਟ੍ਰਾਇਲ, ਲੈਟ ਮੀ ਟੈਲ ਯੂ ਫਰੈਂਡਸ। ਕਦੀ ਵੀ ਇਹ ਮੈਂ ਨਾ ਵਕੀਲਾਂ ਦੀ ਲੋੜ ਨਹੀਂ, ਮੈਂ ਇਕੱਲਾ ਹੀ ਆਰਗੂ ਕਰੂੰਗਾ ਜਾ ਕੇ ਸਪੈਸ਼ਲ ਕੋਰਟ ਦੇ ਵਿੱਚ, ਧੱਜੀਆਂ ਉਡਾ ਦੂੰਗਾ, ਬਿਕੋਜ਼ ਇਹਦੇ ਚ ਕੁਛ ਨਹੀਂਗਾ, ਸਿਰਫ ਸਾਡੀਆਂ ਸ਼ਾਦੀਆਂ ਦਾ। ਔਰ ਜਿਹੜਾ 3 ਕਰੋੜ 82 ਲੱਖ ਦੀ ਮੇਰੀ ਇਹਨਾਂ ਨੇ ਰਿਕਾਰਡ ਤੇ ਨਹੀਂ ਲੈਂਦੇ ਸੀ, ਮੈਂ ਫਿਰ ਈਮੇਲ ਕੀਤੀ ਆ। 1 ਕਰੋੜ 40 ਲੱਖ ਰੁਪਇਆ ਮੇਰਾ 6 ਸਾਲਾਂ ਦਾ ਜਿਹੜਾ ਆਮਦਨ ਸੀਗੀ ਨਾ ਖੇਤੀ ਦੀ, ਉਹ ਵੀ ਨਹੀਂ ਲਈ ਰਿਕਾਰਡ ਤੇ। ਮੇਰੇ ਠੇਕੇਦਾਰ ਨੂੰ ਬੁਲਾਇਆ ਵਾ, ਉਹਨੇ ਇੱਕ ਐਂਟਰੀ ਐਕਸਪਲੇਨ ਕਰਤੀ ਆ 6 ਸਾਲਾਂ ਦਾ 1 ਕਰੋੜ 40 ਲੱਖ ਰੁਪਇਆ। ਉਹਨੇ ਕਿਹਾ ਜੀ ਆ ਮੈਂ ਦਿੱਤਾ ਖੈਰੇ ਨੂੰ, ਨਹੀਂ ਲਿਆ ਰਿਕਾਰਡ ਤੇ, ਉਹ ਪਾਸੇ ਰੱਖ ਦਿੱਤਾ, ਗਿਆ ਹੋਇਆ ਹੁਣ ਰਿਕਾਰਡ ਤੇ। ਤੇ ਇੱਕ 2 ਲਿਮਿਟ ਚੱਕੀਆਂ, ਜਦੋਂ ਮੇਰੇ ਬੱਚਿਆਂ ਦੀ ਸ਼ਾਦੀ ਆਈ, ਬੇਟੀ ਦੀ ਆਈ 16 ਤੇ 19 ਚ ਮੇਰੇ ਬੇਟੇ ਦੀ ਆਈ, ਮੈਂ 1-1 ਕਰੋੜ ਰੁਪਏ ਦੀਆਂ 2 ਐਗਰੀਕਲਚਰ ਲਿਮਿਟਸ ਚੱਕੀਆਂ। ਯੂਨੀਅਨ ਬੈਂਕ ਆਫ ਇੰਡੀਆ ਜਲੰਧਰ ਐਂਡ ਰੀਜਨਲ ਕੈਪੀਟਲ ਬੈਂਕ ਕਪੂਰਥਲਾ ਬ੍ਰਾਂਚ, ਉਹ ਵੀ ਔਨ ਰਿਕਾਰਡ ਨਹੀਂ ਲਈਆਂ। ਕਹਿੰਦੇ ਜੀ ਤੁਸੀਂ ਨਾ ਖੇਤੀ ਦਾ ਪੈਸਾ ਵਿਆਹਾਂ ਤੇ ਨਹੀਂ ਲਾ ਸਕਦੇ, ਲਾਇਆ ਹੋਇਆ ਵਾ। ਮੈਂ ਕਿਹਾ ਉਹ ਬੈਂਕ ਮੈਨੂੰ ਸਜ਼ਾ ਦੇਣ ਨਾ ਕਿ ਮੈਂ ਨਹੀਂ ਵਰਤ ਸਕਦਾ, ਹੂ ਆਰ ਯੂ? ਉਹ ਵੀ ਨਹੀਂ ਰਿਕਾਰਡ ਤੇ ਲਿਆਂਦਾ। ਤੋਂ ਮੇਰਾ 3.5 ਕਰੋੜ ਰੁਪਇਆ ਐਕਸਪਲੇਨ ਹੋ ਗਿਆ। 2 ਬੱਚਿਆਂ ਦੀ ਸ਼ਾਦੀ ਕੀਤੀ, 60 ਲੱਖ ਰੁਪਇਆ ਲੋਕਾਂ ਨੇ ਦਿੱਤਾ, ਲਿਸਟ ਦੇਤੀ ਮੈਂ, ਬੰਦਿਆਂ ਦੇ ਨਾਮ, ਟੈਲੀਫੋਨ ਨੰਬਰ। ਐਵੇਂ ਕਿਸੇ ਨੇ 5000 ਸ਼ਗਨ ਦਿੱਤਾ, ਕਿਸੇ ਨੇ 3000 ਦਿੱਤਾ, ਕਿਸੇ ਨੇ 10000 ਵੀ ਦਿੱਤਾ, ਉਹ ਕਿਸੇ ਨੇ 21000 ਵੀ ਦਿੱਤਾ, ਉਹ ਵੀ ਨਹੀਂ ਲਾਇਆ ਰਿਕਾਰਡ ਦੇ ਉੱਤੇ। ਆ ਇਹਨਾਂ ਦੀ ਈਡੀ ਦੀ 3 ਕਰੋੜ 82 ਲੱਖ ਰੁਪਏ ਦੀ ਮੇਰੇ ਤੇ ਇਲਜ਼ਾਮ ਹੈ ਭਰਾਓ। ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਪੋਲਿਟਿਕਸ ਜਿਹੜੀ ਆ ਉਹ ਇਸ ਲੈਵਲ ਤੱਕ ਹੋ ਗਈ ਆ that parties do not even hesitate to fix people under such serious alarming charges। और किसी बड़े अच्छे लॉ जूरिस्ट ने किया वा, वो कहता यार 100 गुनाहगार बच जे जिंदगी च कानून दे शिकंजे चों 100 गुनाहगार, एक भी बेगुनाह बंदे नूं गलत सज़ा नहीं होनी चाहिए। पर साडे देश विच 100 गुनाहगार बच रहा वा, ते सॉरी सैकड़े गुनाहगार बच रहे ने, ते उहदों ज़्यादा बेगुनाह लोगों नूं जेलां दे विच डक्या जा रहा। इनफैक्ट जे कोई इस देश विच अज ध्यान करे, दिस criminal justice system of India needs a very urgent immediate debate and a review। इस करके नहीं कि मैं अंदर गया वां,
ਪਰ ਮੇਰੇ ਤੋਂ ਬਾਅਦ ਪਤਾ ਨਹੀਂ ਕਿੰਨਿਆਂ ਨੇ ਜਾਣਾ ਤੇ ਮੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨਿਆਂ ਨੂੰ ਧੱਕ ਚੁੱਕੇ ਨੇ। ਤੁਹਾਨੂੰ ਯਾਦ ਆ ਉਹ ਸੁਦਾ ਭਾਰਦਵਾਜ, ਉਹਨੂੰ ਜਿਹੜਾ ਮਾਲੇਗਾਉਨ ਬੰਬ ਬਲਾਸਟ ਦੇ ਵਿੱਚ ਕਰਤਾ, ਟਰਾਈਬਲਸ ਦਾ ਕੰਮ ਕਰਦੀ ਸੀ ਔਰਤ ਵਿਚਾਰੀ, ਟਰਾਈਬਲਸ ਦਾ, ਜਿਹੜੇ ਵਿਚਾਰੇ ਪੀੜਤ ਲੋਕ ਨੇ, ਆਦੀਵਾਸੀ। ਉਹਦੇ ਨਾਲ 8 ਬੰਦੇ ਹੋਰ ਜੇਲ੍ਹ 'ਚ ਨੇ। 3 ਸਾਲ ਉਹਨੂੰ ਜੇਲ੍ਹ, ਮੈਂ ਤਾਂ 78 ਦਿਨਾਂ 'ਚ ਆ ਗਿਆ ਬਾਹਰ। 3 ਸਾਲ ਉਸ ਔਰਤ ਨੂੰ ਇਹਨਾਂ ਨੇ ਜੇਲ੍ਹ ਕਟਾਈ ਆ। ਇੱਕ ਹਿਊਮਨ ਰਾਈਟ ਐਕਟਿਵਿਸਟ ਨੂੰ ਇਦਾਂ ਦੇ ਦਰਜਨਾਂ ਬੰਦੇ ਅੰਦਰ ਕੀਤੇ ਹੋਏ ਬੀਜੇਪੀ ਦੇ ਨਾਲ। ਕੀ ਸਾਡਾ ਅਸੀਂ ਦੇਸ਼ ਇਸ ਲਈ ਆਜ਼ਾਦ ਕੀਤਾ ਸੀਗਾ? ਸਾਡੇ ਪੁਰਖਿਆਂ ਨੇ ਊਧਮ ਸਿੰਘ ਤੇ ਭਗਤ ਸਿੰਘ ਵਰਗਿਆਂ ਨੇ ਇਸ ਲਈ ਆਜ਼ਾਦ ਕਰਾਇਆ ਸੀਗਾ ਕਿ ਸਾਡੇ ਹੀ ਦੇਸ਼ ਦੇ ਬਸ਼ਿੰਦਿਆਂ ਨੂੰ, ਜਿਹੜੇ ਲੋਕਾਂ ਦੀ ਗੱਲ ਕਰਦੇ ਨੇ, ਤੁਸੀਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕੋ। ਤੁਹਾਡੇ ਨਾਲੋਂ ਤਾਂ ਫਿਰ ਅੰਗਰੇਜ਼ ਚੰਗੇ ਸੀਗੇ, ਤੁਸੀਂ ਤਾਂ ਮੁਗਲਾਂ ਨਾਲੋਂ ਵੀ ਘੱਟ ਨਹੀਂ ਤੁਸੀਂ ਕਰ ਰਹੇ ਹੈਗੇ। ਇਸ ਕਰਕੇ ਮੈਨੂੰ ਇਸ ਗੱਲ ਦਾ ਦੁੱਖ ਤੇ ਰੰਜ ਆ। ਹੋਰ ਮੈਨੂੰ ਜੇਲ੍ਹ ਦਾ ਕੋਈ ਨਹੀਂਗਾ। ਤੁਸੀਂ ਮੇਰੇ ਜਿਹੜੇ ਸੰਤੋਖ ਸਿੰਘ ਜੀ ਚਾਚਾ ਜੀ ਬੈਠੇ, ਤਾਇਆ ਜੀ ਕਹਿੰਦੇ ਨੇ ਇਹਨਾਂ ਨੂੰ, ਜਾਂ ਹੋਰ ਵੀ ਬੈਠੇ ਨੇ ਪੁਰਾਣੇ ਆਦਮੀ। ਮਾਈ ਫਾਦਰ ਸਰਦਾਰ ਸੁਖਜਿੰਦਰ ਸਿੰਘ spent years of his life in under detention and jails। ਅਗਰ ਇਹ ਸੋਚਦੇ ਕਿ ਮੈਨੂੰ ਬਾਹ ਮਰੋੜ ਕੇ ਬੀਜੇਪੀ ਆਪਣੇ ਨਾਲ ਲਾ ਲੇਗੀ, ਇਹਨਾਂ ਨੇ ਫਿਰ ਪਿੱਛੇ ਕੁਝ ਨਹੀਂ ਝਾਤ ਮਾਰੀ। ਮੇਰੇ ਪਿਤਾ ਜੀ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਕਿਹੜੀਆਂ ਜੇਲ੍ਹਾਂ 'ਚ ਰੱਖਿਆ ਗਿਆ? 365 ਦਿਨ ਅਗਰਤਲਾ ਦੀ ਜੇਲ੍ਹ ਵਿੱਚ, ਤ੍ਰਿਪੁਰਾ ਸਟੇਟ 'ਚ। ਹੁਣ ਤਾਂ ਫਿਰ ਵੀ ਜਾਣਾ ਆਉਣਾ ਸੌਖਾ। ਉਦੋਂ ਵੀ ਕੁਡ ਨਾਟ ਜਸਟ ਟਰੈਵਲ। ਕਿਉਂਜਰ ਜੇਲ੍ਹ ਉੜੀਸਾ 'ਚ, ਹਜ਼ਾਰੀਬਾਗ ਜੇਲ੍ਹ ਬਿਹਾਰ 'ਚ, ਜਿੱਥੇ ਮੈਂ ਮਿਲ ਕੇ ਆਇਆ ਵਾਂ। ਇਹ ਮੈਂ ਉਹ ਜੇਲ੍ਹਾਂ ਦਾ ਨਾਮ ਲੈ ਰਿਹਾ। ਫਤਿਹਗੜ੍ਹ ਸਿਕਰੀ ਉੱਤਰ ਪ੍ਰਦੇਸ਼, ਤਿਹਾੜ ਜੇਲ੍ਹ, ਅੰਬਾਲੇ ਦੀ ਜੇਲ੍ਹ, ਬੁੜੈਲ ਦੀ ਜੇਲ੍ਹ, ਜਿਹੜੀ ਜੇਲ੍ਹ 'ਚ ਮੈਂ ਰਹਿ ਕੇ ਆਇਆ ਉੱਥੇ ਵੀ ਰਹਿ ਕੇ ਆਏ ਨੇ ਉਹ। ਤਾਂ ਇਹਨਾਂ ਨੂੰ ਲੱਗਦਾ ਕਿ ਮੈਂ ਇਦਾਂ ਘਬਰਾਉਣ ਵਾਲਾ ਹੈਗਾ। ਫਿਰ ਮੈਂ ਆਪਣੇ ਅਸੂਲ ਛੱਡ ਰਿਹਾ ਇਹਨਾਂ ਦੀ ਖਾਤਰ। ਇਹਦੇ ਨਾਲ ਚੰਗਾ ਮਰਨਾ ਤਾਂ ਠੀਕ ਆ, ਪਰ ਇਦਾਂ ਦੇ ਬੰਦੇ, ਬੋਗਸ ਬੰਦਿਆਂ ਦੇ ਗਿੱਦੜ ਭੁਪਕੀਆਂ 'ਚ ਆਉਣ ਵਾਲਾ ਨਾ ਮੈਂ ਪਹਿਲਾਂ ਸੀਗਾ ਤੇ ਨਾ ਮੈਂ ਹੁਣ ਹੈਗਾ ਵਾਂ। ਮੇਰੇ ਲਾਗੇ ਹੀ ਇੱਕ ਬੈਰਕ 'ਚ ਨਾ ਬਲਵੰਤ ਸਿੰਘ ਰਾਜੋਵਾਲ ਨੇ ਉਹ ਨਜ਼ਰਬੰਦ ਆ। ਤਾਂ ਮੈਨੂੰ ਕਈ ਵਾਰੀ ਜਦੋਂ ਬੰਦਾ ਜੇਲ੍ਹ ਜਾਂਦਾ ਸੋਚਦਾ ਵੀ ਯਾਰ ਕੀ ਹੋਊਗਾ, ਕਿੱਦਾਂ ਹੋਊਗਾ। ਇੱਕ ਮੈਂ ਆਪਣੇ ਪਿਤਾ ਜੀ ਬਾਰੇ ਸੋਚਣਾ। ਮੈਂ ਕਹਿੰਦਾ ਜਸਟ ਥਿੰਕ ਹਾਊ ਹੀ ਮਸਟ ਹੈਵ ਸਪੈਂਟ 365 ਡੇਜ਼ ਇਨ ਸੋਲਿਟਰੀ ਕਨਫਾਈਨਮੈਂਟ ਇਨ ਅਗਰਤਲਾ ਇਨ ਤ੍ਰਿਪੁਰਾ ਨੀਅਰ ਵੈਸਟ ਬੰਗਾਲ। ਤੂੰ ਕਿਉਂ ਘਬਰਾਉਣਾ ਵਾ? ਦੂਜਾ ਮੈਨੂੰ ਸੋਰਸ, ਮੈਂ ਉਹਨੂੰ ਲਾਗੇ ਨਿਗਾਹ ਮਾਰੀ, ਮੇਰੀ ਬਿਲਕੁਲ ਨਾਲ ਦੀ ਬੈਰਕ ਸੀਗਾ। 26 ਸਾਲ ਦਾ ਅੰਦਰ ਆ ਬੰਦਾ। ਠੀਕ ਹੈ, ਗੁਨਾਹ ਕੀਤਾ ਵਾ, ਕ੍ਰਾਈਮ ਆ, ਬਟ ਉਹ ਸਜ਼ਾਵਾਂ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੋ ਚੁੱਕੀਆਂ ਨੇ। ਚਲੋ ਨਾ ਵੀ ਪੂਰੀਆਂ, ਮੈਂ ਉਸ ਗੱਲ ਮੈਰਿਟ ਤੇ ਡੀਮੈਰਿਟਸ ਵਿੱਚ ਨਹੀਂ ਜਾਣਾ ਚਾਹੁੰਦਾ, ਪਰ ਮੈਨੂੰ ਸ਼ਕਤੀ ਮਿਲਦੀ ਆ ਕਿ ਮੈਂ ਦੇਖਿਆ ਉਹ ਬੰਦਾ ਬੈਠਾ, ਉਹ ਫਿਰ ਮੈਂ ਦੇਖਿਆ ਕਿੰਨੇ ਲਤਾੜੇ ਹੋਏ ਬੈਠੇ ਅੰਦਰ ਵਿਚਾਰੇ। ਕਈ ਬੰਦੇ, ਇੱਕ ਮੇਰੇ ਨਾਲ ਕੰਮ ਕਰਦਾ ਸੀਗਾ ਮੁੰਡਾ ਨਿਤਿਨ ਆ, ਇੱਥੇ ਰਹਿਣ ਵਾਲਾ ਦਾ, ਯੂਪੀ ਦਾ ਸੀਗਾ ਤੇ ਹੁਣ ਮੋਹਾਲੀ ਕੰਮ ਕਰ, ਬਹੁਤ ਗਰੀਬ ਜਿਹਾ ਵਾ। ਉਹਨੂੰ ਵਿਚਾਰੇ ਨੂੰ ਜਿਹੜਾ ਮੁਕੱਦਮਾ ਹੋਇਆ, ਉਸ ਮੁਕੱਦਮੇ ਦੇ ਦੌਰਾਨ ਉਹਦੇ ਪਿਓ ਦੀ ਡੈਥ ਹੋ ਗਈ। ਉਹਨੇ ਜੇਲ੍ਹ ਦੇ ਵਿੱਚ ਕੋਈ ਦਵਾਈ ਲੱਭੀ, ਉਹਨੂੰ ਦਵਾਈ ਪੀ ਕੇ ਤੇ ਉਹ ਅੰਦਰ ਉਹਨੇ ਆਪਣੀ ਆਤਮ ਹੱਤਿਆ ਕਰਨ ਦਾ ਕੋਸ਼ਿਸ਼ ਕੀਤੀ। ਉਹਦੇ ਜੇਲ੍ਹ ਦੇ ਬੈਠੇ ਅੰਦਰ ਸੁਸਾਈਡ ਦਾ ਕੇਸ ਬਣਾਇਆ, ਪਰ ਕਸਟਡੀ ਨਹੀਂ ਪਾਈ ਉਹਦੀ। 1 ਸਾਲ ਸਜ਼ਾ ਕੀਤੀ। ਉਹ ਮੇਰੇ ਖਿਆਲ 2019 ਦੇ ਮਾਰਚ ਦਾ ਅੰਦਰ ਆ। ਉਧਰ ਉਹਦੀ ਬੇਲ ਹੋਈ ਹੋਈ, ਜਿਹੜਾ ਦੂਜਾ ਕੇਸ ਸੀਗਾ, ਤੇ ਇਹਦੇ 'ਚ ਬੇਲ ਕਰਾਉਣ ਜੋਗਾ ਹੀ ਨਹੀਂ ਸੀਗਾ, ਉਹਦਾ ਬੇਲ ਦੇਣ ਵਾਲੇ ਕੋਈ ਬੰਦਾ ਨਹੀਂ ਸੀਗਾ। ਉਹਦੀ ਮੈਂ ਹੁਣ ਬੇਲ ਦਵਾ ਕੇ ਆਇਆ। ਦੇਅਰਫੋਰ ਵਾਟ ਆਈ ਵਾਂਟ ਟੂ ਸੇ ਇਜ਼ ਕਿ ਅਨੇਕਾਂ ਬੰਦੇ ਉੱਥੇ ਸੜ ਰਹੇ ਨੇ, ਮਰ ਰਹੇ ਨੇ। ਤੋ ਇਹ ਜਿਹੜੀ ਕਹਾਣੀ ਹੈ ਨਾ ਜੇਲ੍ਹ ਦੀ, ਇਹਦੇ 'ਚੋਂ ਮੈਂ ਫਿਰ ਹੰਕਾਰ ਨਾ ਸਮਝੋ, ਚੰਗਾ ਨਹੀਂ ਲੱਗਦਾ। ਨਾਟ ਦੈਟ ਆਈ ਵਾਂਟ ਟੂ ਗੋ ਟੂ ਜੇਲ ਅਗੇਨ ਐਂਡ ਅਗੇਨ, ਬਟ ਇਟ ਹੈਜ਼ ਨਾਟ ਡੈਟਰਡ, ਇਟ ਹੈਜ਼ ਨਾਟ ਵੀਕਨ ਮਾਈ ਕਮਿਟਮੈਂਟ, ਔਰ ਇਟ ਹੈਜ਼ ਨਾਟ ਇਨ ਐਨੀ ਮੈਨਰ ਡਿਮੋਰਲਾਈਜ਼ਡ ਮੀ। ਜਿਹੜੇ ਮੇਰੇ ਵਿਰੋਧੀ ਸਮਝਦੇ ਨੇ, ਉਹਨਾਂ ਨੂੰ ਅਗਰ ਇਹ ਖੁਸ਼ਫਹਿਮੀ ਹੁੰਦੀ ਕਿ ਮੈਨੂੰ ਜੇਲ੍ਹ ਪਾ ਕੇ ਉਹਨਾਂ ਦੇ ਕੋਈ ਸ਼ਾਂਤੀ ਮਿਲਦੀ ਉਹਨਾਂ ਦੇ ਹਿਰਦੇ ਨੂੰ, ਇਹ ਉਹਨਾਂ ਨੂੰ ਮੁਬਾਰਕ ਆ। ਪਰ ਮੈਂ ਜਿੱਦਾਂ ਪਹਿਲਾਂ ਆਪਣਾ ਜ਼ਿੰਦਗੀ 'ਚ ਕੰਮ ਕਰਦਾ ਸੀ, ਮੈਂ ਉੱਦਾਂ ਹੀ ਕੰਮ ਕਰਦਾ ਰਹੂੰਗਾ। ਇਹ ਅੱਜ ਦਾ ਮੇਰਾ ਵੇਰਵਾ ਸੀਗਾ। ਕੁਝ ਤੁਸੀਂ ਅਗਰ ਗੱਲਾਂ ਕਹਿਣਾ ਚਾਹੁੰਦੇ, ਪੁੱਛਣਾ ਚਾਹੁੰਦੇ, ਯੂ ਮੋਸਟ ਵੈਲਕਮ। ਖਹਿਰਾ ਸਾਹਿਬ, ਅੰਮ੍ਰਿਤਸਰ ਜਿਹੜਾ ਈਸਟ ਤੋਂ ਮੁਕਾਬਲਾ ਹੁਣ ਹੋ ਰਿਹਾ ਅਕਾਲੀ ਦਲ ਵਿਕਰਮ ਮਜੀਠੀਆ ਨੂੰ ਲੈ ਕੇ ਆਈ ਆ, ਤੁਹਾਨੂੰ ਕਿਵੇਂ ਲੱਗਦਾ ਕਿ ਜਾਣਬੁੱਝ ਕੇ ਜੀ ਸਿੱਧੂ ਨਾ ਜਿੱਤਣ, ਇਸੇ ਕਰਕੇ ਮਜੀਠੀਆ ਨੂੰ ਉੱਥੇ ਲਿਆਂਦਾ ਗਿਆ, ਹਾਲਾਂਕਿ ਦੋਨਾਂ ਹਲਕਿਆਂ ਤੋਂ ਮਜੀਠੀਆ ਨੇ ਕਾਗਜ਼ ਭਰੇ? I think this is basically a symbolic fight by ਅਕਾਲੀ ਦਲ। ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਬੈਕਫੁੱਟ ਤੇ ਆ। ਉਹਨਾਂ ਦੇ ਆਗੂਆਂ ਤੇ ਬਹੁਤ ਵੱਡੇ ਇਲਜ਼ਾਮ ਆ। ਚਲੋ ਦੂਜਿਆਂ ਦੇ ਇਲਜ਼ਾਮ ਮੈਂ ਛੱਡ ਦਿੰਦਾ ਵਾਂ, ਪਰ ਜਿਹੜਾ ਬੇਅਦਬੀਆਂ ਦਾ ਇਲਜ਼ਾਮ ਆ, ਬਾਈਬਲ ਕਲਾਂ ਦੇ ਵਿੱਚ ਆਪਣੇ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਇਲਜ਼ਾਮ ਆ, ਸੁਮੇਧ ਸਿੰਘ ਸੈਣੀ ਵਰਗਿਆਂ ਨੂੰ ਜਿਹੜੇ ਐਨਕਾਊਂਟਰ ਸਪੈਸ਼ਲਿਸਟ ਉਹਨਾਂ ਨੂੰ ਡੀਜੀਪੀ ਲਾਉਣ ਦਾ ਇਲਜ਼ਾਮ ਆ, ਡੇਰਾ ਸੱਚਾ ਸੌਦਾ ਦੇ ਨਾਲ ਸਮਝੌਤਾ ਕਰਕੇ ਆਪਣੇ ਅਕਾਲ ਤਖਤ ਦੇ ਜਥੇਦਾਰਾਂ ਕੋਲੋਂ ਗਲਤ ਹੁਕਮਨਾਮੇ ਲਾਉਣ ਦਾ ਇਲਜ਼ਾਮ ਆ। ਇਹ ਲੋਕ ਉਹਨਾਂ ਨੂੰ ਕਦੀ ਮਾਫ ਨਹੀਂ ਕਰਨਗੇ।
ਫੈਡਰਲਿਜ਼ਮ ਤੋਂ ਭੱਜ ਗਏ, ਜੰਮੂ ਕਸ਼ਮੀਰ ਟੁੱਟਿਆ ਤੇ ਉੱਥੇ ਵੋਟਾਂ ਪਾਈਆਂ। ਸੋ ਦੇਅਰਫੋਰ ਦੇ ਆਰ ਬਰੈਫਟ ਆਫ ਆਈਡੀਆਜ਼। ਉਹਨਾਂ ਨੂੰ ਇੱਕ ਲੱਭਿਆ ਕਿ ਨਿਊਜ਼ ਮੇਕਿੰਗ ਇਹ 2-4 ਦਿਨ ਨਿਊਜ਼ ਵਿੱਚ ਰਹੇਗੀ, ਬਿਕੋਜ਼ ਈਸਟ ਦੇ ਵਿੱਚ ਅਕਾਲੀ ਦਲ ਪਿਛਲੀ ਵਾਰੀ ਅਕਾਲੀ ਦਲ ਬੀਜੇਪੀ ਇਕੱਠੇ ਲੜੇ 16000 ਵੋਟ ਪਈ ਸੀਗੀ। ਸੋ ਦੇਅਰਫੋਰ ਇਟ ਐਂਡ ਮੈਂ ਦੇਖਿਆ ਕਿ ਨਿਊਜ਼ ਨੇ ਵੀ ਚੈਨਲਸ ਨੇ ਬਹੁਤ ਉਭਾਰਿਆ, ਬਟ ਇਹਦੇ ਦਿਸ ਇਜ਼ ਨਾਟ ਅ ਫਾਈਟ ਐਕਚੁਅਲੀ, ਦਿਸ ਇਜ਼ ਬੇਸਿਕਲੀ ਜਸਟ ਅਨਦਰ ਥਿੰਗ। ਮੈਨੂੰ ਲੱਗਦਾ ਕਿ ਇਹਨੂੰ ਇੱਥੇ ਕੈਂਡੀਡੇਟ ਫੀਲਡ ਕਰਕੇ ਥੋੜਾ ਸੁਪਰੀਮ ਕੋਰਟ ਦੇ ਵਿੱਚ ਵੀ ਆਪਣਾ ਪੱਖ ਪੇਸ਼ ਕਰਨਗੇ। ਦੇਖੋ ਜੀ 2 ਸੀਟਾਂ ਤੇ ਲੜ ਰਹੇ ਆ, ਸਾਨੂੰ ਇੰਟਰਮ ਬੇਲ ਹੀ ਦੇ ਦਿਓ ਥੋੜੀ ਜਿਹੀ। ਕੈਪਟਨ ਅਮਰਿੰਦਰ ਸਿੰਘ ਦੀ ਵੱਡੀ ਗ੍ਰਿਫਤਾਰੀ ਚ ਕੀ ਭੂਮਿਕਾ ਰਹੀ? ਤੁਸੀਂ ਬੀਜੇਪੀ ਦੇ ਉੱਪਰ ਸਵਾਲ ਖੜੇ ਕੀਤੇ, ਆਮ ਆਦਮੀ ਪਾਰਟੀ ਉੱਪਰ ਸਵਾਲ ਖੜੇ ਕੀਤੇ, ਜੋ ਭਾਜਪਾ ਦੇ ਸਾਥੀ ਹੈ ਕੈਪਟਨ ਅਮਰਿੰਦਰ ਸਿੰਘ, ਤੁਸੀਂ ਉਹਨਾਂ ਦੀ ਨਹੀਂ ਉਹ ਜਿਹੜਾ ਮੇਰੇ ਤੇ ਨਾ ਤੁਹਾਨੂੰ ਫਿਰ ਕਈ ਵਾਰੀ ਤੁਸੀਂ ਵੀ ਭੁੱਲ ਜਾਂਦੇ ਹੋ, ਇਹ ਜਿਹੜਾ ਮੇਰੇ ਤੇ ਐਨਡੀਪੀਐਸ ਦਾ ਨਾ ਜਿਹੜਾ ਮੁਕੱਦਮਾ ਬਣਾਉਣ ਦੀ ਕੋਸ਼ਿਸ਼ ਕੀਤੀ ਬਣਿਆ ਨਹੀਂਗਾ। ਉਹ ਅਕਾਲੀ ਦਲ ਦੇ ਵੇਲੇ 2015 ਚ ਬਣਾਇਆ ਗਿਆ ਸੀਗਾ। ਐਸਆਈਟੀ ਨੇ ਇੱਕ ਰਿਪੋਰਟ ਪੇਸ਼ ਕਰਤੀ, ਉਹਨਾਂ ਨੇ ਨਾ ਸਿੱਟਾ ਨਹੀਂ ਕੱਢਿਆ, ਕੋਈ ਵੀ ਐਕਸ਼ਨ ਵੀ ਨਹੀਂ ਲਿਆ। ਉਹ ਜਿਹੜਾ ਐਸਆਈਟੀ ਦੀ ਰਿਪੋਰਟ ਸੀ ਉਸੇ ਨੂੰ ਜਦੋਂ ਮੈਂ ਰਾਣੇ ਗੁਰਜੀਤ ਨੂੰ ਲਵਾਇਆ ਮੰਤਰੀ ਪਦ ਤੋਂ, ਉਦੋਂ ਇਹਨਾਂ ਨੇ ਖੋਲ ਲਈ। ਤੇ ਰਾਣਾ ਗੁਰਜੀਤ ਮਿਨਿਸਟਰ ਸੀਗਾ, ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਫਾਈਨੈਂਸਰ ਸੀਗਾ, ਤਾਂ ਉਹਨੇ ਉਹਨਾਂ ਨੂੰ ਮੋਟੀਵੇਟ ਕਰਕੇ ਤੇ ਮੇਰੇ ਖਿਲਾਫ ਅਦਾਲਤ ਰਾਹੀਂ ਮੈਨੂੰ ਸਮਨ ਕਢਾਏ ਨੇ, ਜਿਹੜੇ ਸਮਨਸ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤੇ ਨੇ। ਸੋ ਦੇਅਰਫੋਰ ਆਈ ਹੈਵ ਅਮਰਿੰਦਰ ਸਿੰਘ ਨੇ ਉਹਨਾਂ ਦਾ ਰੋਲ ਸੀਗਾ ਜੀ। ਇਹਦੇ ਚ ਉਹਨਾਂ ਦੀ ਕਿੰਨੀ ਕੁ ਸ਼ੋਭਾ ਹੋਈ ਹੈ ਜੀ। ਜੇ ਮੇਰੀ ਪਾਰਟੀ ਮੇਰਾ ਪੱਖ ਸੁਣ ਕੇ ਲੋਕਾਂ ਦੀ ਅਦਾਲਤ ਵਿੱਚ ਡਟ ਕੇ ਰੱਖਦੀ ਸਬੂਤ, ਤੇ ਉਹਦੇ ਚ ਬੀਜੇਪੀ ਸ਼ਰਮਿੰਦਾ ਹੋਣਾ ਸੀਗਾ, ਔਰ ਈਡੀ ਦਾ ਦੁਰਉਪਯੋਗ ਦਾ ਕੈਟੇਗੋਰੀਕਲ ਕੇਸ ਸੀਗਾ। ਬਾਕੀ ਬੰਦਿਆਂ ਕੋ ਤਾਂ ਮੈਂ ਕਹਿ ਰਿਹਾ, ਕਈਆਂ ਕੋ 50 ਕਰੋੜ ਦੀ ਪ੍ਰਾਪਰਟੀ ਲੱਭਦੀ ਆ, ਕਿਸੇ ਕੋ 100 ਕਰੋੜ ਦੀ ਲੱਭਦੀ ਆ, ਮੇਰੇ ਕੋਲ ਤਾਂ ਐਗਰੀਕਲਚਰ ਲੋਨ ਤੇ ਡੈਟ ਸੀਗਾ। ਇਹਦੇ ਨਾਲੋਂ ਪਰਫੈਕਟ ਕੇਸ ਕਾਂਗਰਸ ਦੇ ਕੋਲ ਨਹੀਂ ਸੀਗਾ ਟੂ corner the BJP on misuse of premier agencies like CBI and ED and all that stuff. In fact, the loss is theirs, not mine. ਔਰ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਇਹਨਾਂ ਨੂੰ ਮੈਨੂੰ ਡਿਫੈਂਡ ਕਰਨਾ। ਅਗਰ ਮੈਂ ਬਾਹਰ ਹੁੰਦਾ ਨਾ, ਮੈਂ ਧੂਆਂ ਕੱਢ ਦੇਣਾ ਸੀਗਾ, ਸਾਰੇ ਤੱਥ ਪੇਸ਼ ਕਰਨੇ ਸੀ ਲੋਕਾਂ ਦੀ ਅਦਾਲਤ ਵਿੱਚ। ਲੇਕਿਨ ਇਹਨਾਂ ਨੇ ਜਿਹੜਾ ਨਹੀਂ ਕੀਤਾ, ਉਹ ਇਹਨਾਂ ਨੂੰ ਕਿਉਂ ਨਹੀਂ ਕੀਤਾ, ਇਹਨਾਂ ਦੀ ਆਪਣੀ ਮਰਜ਼ੀ। ਪਰ ਜਦੋਂ ਕਿਸੇ ਦੀ ਵਾਰੀ ਆਉਣੀ ਆ, ਫਿਰ ਮਤ ਕੋਈ ਸਮਝੇ ਕਿ ਵੀ ਮੇਰੇ ਮਗਰ ਸਾਰਾ ਹਜੂਮ ਪੈਦਾ ਹੋ ਕੇ ਆ ਜਾਏਗਾ। ਜਿਹੋ ਜਿਹਾ ਤੁਸੀਂ ਕਰੋਗੇ ਉਦਾਂ ਦਾ ਕਰੋ। ਨਹੀਂ, ਅਮਰਿੰਦਰ ਦਾ ਦੇਖੋ ਤੁਹਾਨੂੰ ਹੱਥ ਦੱਸਦਾ ਨਾ, ਕੈਪਟਨ ਸਾਹਿਬ ਦਾ ਹੱਥ ਤਾਂ ਦੱਸਦਾ ਨਾ ਕਿ ਜਦੋਂ ਉਹ ਚੀਫ ਮਿਨਿਸਟਰ ਸੀ, ਰਾਣੇ ਨੇ ਬਣਵਾ ਲਿਆ ਕੇਸ। ਇਸ ਤੋਂ ਬਾਅਦ ਅਮਰਿੰਦਰ ਤਾਂ ਇਜ਼ ਗੋਨ ਨਾਓ। ਅਮਰਿੰਦਰ ਸਿੰਘ ਹੈਜ਼ ਨਥਿੰਗ ਟੂ ਡੂ ਵਿਦ ਦਿਸ ਕੇਸ ਐਟ ਆਲ ਨਾਓ। ਇਹ ਤਾਂ ਸਾਰਾ ਹੁਣ ਬੀਜੇਪੀ ਨੇ ਆਪਣੀ ਸ਼ਰਾਰਤ ਨਾਲ, ਜਿੱਦਾਂ ਬਾਕੀ ਲੀਡਰਾਂ ਨੂੰ ਉਹਨਾਂ ਨੇ ਇੰਗੇਜ ਕੀਤਾ ਵਾ ਪੰਜਾਬ ਦੀ ਰਾਜਨੀਤੀ। ਤੁਸੀਂ ਦੇਖ ਹੀ ਰਹੇ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ। ਆ ਜਿਹੜਾ ਮੇਰੇ ਤੇ ਮੁਕੱਦਮਾ ਬਣਾ ਕੇ ਮਤਲਬ ਇਹ ਹੁੰਦਾ ਕਿ ਰਿਵਰਸ ਅਪਰੋਚ, ਕਿ ਅਸੀਂ ਠੋਕ ਦਿੱਤਾ ਤੇ ਆ ਜਾ, ਮੈਂ ਮਿਹਨਤ ਕਰ ਲੈਂਦਾ ਤਾਂ ਮੈਂ ਵੀ ਠੀਕ ਹੋ ਜਾਣਾ ਸੀਗਾ। ਹਾਂਜੀ ऑन रिकॉर्ड है। और जो आप 1,09,000 या 19,000 डॉलर की बात कर रहे हैं कि ये मामला जो ईडी दिखा रही है, उसमें गवाही भी दी है। हाँ जी, केजरीवाल जिस तरह से एनआरआई की बात कर रहे हैं पंजाब में, और जिस तरह पंजाब में सरकार बनाने का आम आदमी ख्वाब देख रही है, तो इसको लेके आप जनता के बीच में देखो जनता सारी ना हौली हौली केजरीवाल ਨੂੰ ਅੱਜ ਨਹੀਂ ਸਮਝੂਗੀ, ਅਗਲੀ ਇਲੈਕਸ਼ਨ ਤੱਕ ਪੱਕਾ ਸਮਝ ਜਾਣਗੇ। ਬੇਸਿਕਲੀ ਦਿਸ ਮੈਨ ਇਜ਼ ਅ ਕੰਪਲੀਟ ਕੰਪਲਸਿਵ ਵੈਰੀ ਕਲੇਵਰ ਲਾਇਰ ਹੀ ਇਜ਼, ਹੁਣ ਇੱਥੇ ਆਪਾਂ ਬਿਠਾ ਲਾਂਗੇ ਉਹ ਸਰ ਜੀ ਸਰ ਜੀ ਨਿਮਾਣਾ ਜਿਹਾ ਬਣ ਕੇ। ਪਰ ਜਿਹੜਾ ਲੋਕਾਂ ਨੇ ਇਹਦੇ ਨਾਲ ਕੰਮ ਕੀਤਾ, ਛੋਟੇਪੁਰ ਨੂੰ ਪੁੱਛ ਕੇ ਦੇਖੋ, ਜਰਾ ਮੈਨੂੰ ਪੁੱਛ ਕੇ ਦੇਖੋ, ਘੁੱਗੀ ਨੂੰ ਪੁੱਛ ਕੇ ਦੇਖੋ ਕਿੱਦਾਂ ਦਾ ਕੈਰੈਕਟਰ ਹੈਗਾ। ਔਰ ਤੁਸੀਂ ਇਹਦੀ ਡੁਪਲਿਸਿਟੀ ਦੇਖੋ। ਤੁਸੀਂ ਪੰਜਾਬ ਚ ਆਣ ਕੇ ਜਿਹੜੀ ਨਵਜੋਤ ਸਿੱਧੂ ਨੇ ਗੱਲਾਂ ਕੀਤੀਆਂ, 5-4 ਮੈਂ ਸਪੋਰਟ ਕਰ ਦਿੰਦਾ। 1000 ਰੁਪਇਆ ਦਿੱਲੀ ਦੀ ਕਿਸੇ ਔਰਤ ਨੂੰ ਦਿੰਦਾ ਵਾ, ਉੱਥੇ ਨੌਕਰੀ ਦਿੱਤੀ ਕਿਸੇ ਨੂੰ ਜਿਹੜਾ ਇੱਥੇ ਟੀਚਰਾਂ ਦੇ ਧਰਨੇ ਜਾਣ ਕੇ ਕਰਦਾ, ਕਿਸੇ ਸਿੱਖ ਨੂੰ ਉੱਥੇ ਮਿਨਿਸਟਰ ਬਣਾਇਆ, ਕਿਸੇ ਪੰਜਾਬੀ ਨੂੰ ਮਿਨਿਸਟਰ ਬਣਾਇਆ, ਕਿਸੇ ਦਲਿਤ ਨੂੰ ਮਿਨਿਸਟਰ ਬਣਾਇਆ? ਨੋ। ਧਰਮਵੀਰ ਗਾਂਧੀ ਦੇ ਮੈਂ ਕੱਲ ਇੰਟਰਵਿਊ ਸੁਣ ਰਿਹਾ ਸੀ, ਵਾਟ ਅ ਬਿਊਟੀਫੁਲ ਪੁਆਇੰਟ ਹੀ ਹੈਜ਼ ਰੇਜ਼ਡ। ਹੀ ਸੈਡ ਕੇਜਰੀਵਾਲ ਜੇ ਪੰਜਾਬ ਦਾ ਐਡਾ ਹਤੈਸ਼ੀ ਆ, ਤੇ ਸਾਡਾ ਯਾਰ ਪੰਜਾਬ ਦੇ ਦਰਿਆਵਾਂ ਦਾ ਜਿਹੜਾ ਦਿੱਲੀ ਪਾਣੀ ਵਰਤਦਾ ਵਾ, 3200 ਕਰੋੜ ਰੁਪਈਆ ਰਾਇਲਟੀ ਬਣਦੀ ਸਾਲ ਦੀ, ਦੇ ਦੇ ਯਾਰ। ਨਾਲੇ ਕੇਜਰੀਵਾਲ ਕਹਿੰਦਾ ਬਹੁਤ ਪੈਸਾ ਮੇਰੇ ਕੋਲ। ਕੇਜਰੀਵਾਲ ਨੇ ਮੈਂ ਸਕੂਲ ਚਮਕਾਤੇ, ਮੈਂ ਹਸਪੀਟਲ ਚਮਕਾਤੇ, ਦੇ ਦੇ ਸਾਡਾ 3200 ਕਰੋੜ ਰੁਪਈਆ। ਇਹਦੇ ਇੱਕ ਮਿੰਟ, 3200 ਕਰੋੜ ਦੇਣ ਨਾਲ ਅਸੀਂ ਸੰਗਲ ਪਾਵਾਂਗੇ ਰਾਜਸਥਾਨ ਨੂੰ, ਅਸੀਂ ਸੰਗਲ ਪਾਵਾਂਗੇ ਹਰਿਆਣੇ ਨੂੰ। ਪੰਜਾਬ ਦਾ ਕਰਜ਼ਾ ਕੱਲੇ ਪੰਜਾਬ ਦੇ ਦਰਿਆਵਾਂ ਦੀ ਰਾਇਲਟੀ ਦੇ ਨਾਲ ਧੋਤਾ ਜਿੱਤਾ ਜਾ ਸਕਦਾ ਹੈ।
ਬਟ ਦਿਸ ਮੈਨ ਵਿਲ ਨੈਵਰ ਡੂ ਇਟ। ਔਰ 12 ਕਰੋੜ ਰੁਪਇਆ ਹਿਮਾਚਲ ਨੂੰ ਦੇ ਰਿਹਾ ਰਾਇਲਟੀ, ਮਾਈਂਡ ਯੂ 12 ਕਰੋੜ ਰੁਪਇਆ ਭਰ ਰਿਹਾ ਉੱਥੇ। ਸੋ ਦੇਅਰਫੋਰ ਦਿਸ ਮੈਨ ਆਈ ਵੁੱਡ ਓਨਲੀ ਸੇ ਬਿਕੋਜ਼ ਮੈਨੂੰ ਅਫਸੋਸ ਆਉਂਦਾ ਕਿ ਪੰਜਾਬ ਦੇ ਲੋਕਾਂ ਨੂੰ ਝਾਂਸਾ ਦੇ ਰਿਹਾ ਹੈ। ਔਰ ਇਹ ਪਹਿਲਾਂ ਕਹਿੰਦਾ 100 ਸੀਟਾਂ ਆਈਆਂ, ਕਿੰਨੀਆਂ ਸੀ ਪਿਛਲੀ ਵਾਰੀ 20, ਹੁਣ ਕਹਿੰਦਾ ਵਾ ਕਿੰਨੀਆਂ, ਹੁਣ ਐਤਕੀ ਕੋਈ ਨੰਬਰ ਦੇ ਰਹੇ ਕਿ ਨਹੀਂ, 52 ਕਹਿ ਰਹੇ ਹੁਣ ਕਰੇ ਨਹੀਂ 75 ਸੀਟਾਂ ਕਹਿਤੀਆਂ ਜੀ, ਸਰਕਾਰ ਬਣਾ ਰਹੇ ਆ, ਹੁਣ ਸਰਕਾਰ ਬਣਾਉਣ ਤੇ ਆ ਗਿਆ। ਦੇਖੋ ਮੈਂ ਤੁਹਾਨੂੰ ਦੱਸ ਦੇਣਾ, ਮੇਰੀ ਜਿਹੜੀ ਮੇਰਾ ਜਿਹੜਾ ਐਕਸਪੀਰੀਅੰਸ ਹੈ ਨਾ, ਜਿੱਦਾਂ ਜਿੱਦਾਂ ਇਲੈਕਸ਼ਨ ਨੇੜੇ ਆਵੇਗੀ ਕੈਂਡੀਡੇਟ ਦੇਖਣੇ ਲੋਕਾਂ ਨੇ, ਪਾਰਟੀ ਵੀ ਦੇਖਣੀ ਆ। ਜਦੋਂ ਕੈਂਡੀਡੇਟ ਦੇਖੇ ਉਹਨਾਂ ਨੇ, ਸਾਰੇ ਕੈਂਡੀਡੇਟ ਰੱਦੀ ਨੇ ਇਹਦੇ, ਮਾਫ ਕਰਨਾ, ਵਿਦ ਡਿਊ ਰਿਗਾਰਡਸ 50% ਆਫ them are dust and you know what's it, ਕੂੜੇ ਨੂੰ ਕੀ ਕਹਿੰਦੇ ਅੰਗਰੇਜ਼ੀ 'ਚ ਮੈਂ ਭੁੱਲ ਗਿਆ ਹੁਣ, garbage of ਅਕਾਲੀ ਦਲ and garbage of ਕਾਂਗਰਸ। ਗੁਰਦਾਸਪੁਰ ਜ਼ਿਲ੍ਹਾ ਦੇਖ ਲਓ, ਜਲੰਧਰ ਦੇਖ ਲਓ, ਹੁਸ਼ਿਆਰਪੁਰ ਦੇਖ ਲਓ, 50-60% ਬਿਲਕੁਲ ਬੰਦੇ ਅੱਜ ਲਿਆਂਦੇ ਪਾਰਟੀ 'ਚ, ਸਵੇਰੇ ਟਿਕਟ ਜੀ, ਮਤਲਬ ਅੱਜ ਰਾਤ ਤੱਕ ਕੁਲਵੰਤ ਜਿਹੜਾ ਜਨਤਾ ਲੈਂਡ ਵਾਲਾ, ਉਹ ਮਤਲਬ ਹੀ ਕੁਡ ਹੈਵ ਬੀਨ ਮਾਫੀਆ, ਹੀ ਕੁਡ ਹੈਵ ਬੀਨ ਲੈਂਡ ਸ਼ਾਰਕ, ਅੱਜ ਆ ਗਿਆ ਤਾਂ ਉਹ ਆਮ ਆਦਮੀ ਬਣ ਗਿਆ ਜੀ ਬਿਲਕੁਲ ਸਵੇਰੇ ਟਿਕਟ। ਦੇਖੋ ਗੱਲ ਇਹ ਆ ਕਿ ਬੜਾ ਅੱਛਾ ਤੁਸੀਂ ਪੁਆਇੰਟ ਰੇਜ਼ ਕੀਤਾ। ਮੈਂ ਨਾ ਤੁਹਾਨੂੰ ਸਾਰਿਆਂ ਨੂੰ ਫਿਰ ਹੰਕਾਰ ਨਾ ਸਮਝ, ਤੁਹਾਨੂੰ ਕਈਆਂ ਨੂੰ ਨਾ ਮੇਰੀ ਬਾਡੀ ਲੈਂਗੁਏਜ ਤੋਂ ਲੱਗਦਾ, ਬਿਕੋਜ਼ ਮੈਨੂੰ ਲੱਗਦਾ ਕਿ ਮੇਰੇ ਹਿਲਜੁਲ ਕਰਨ ਦੇ ਤਰੀਕੇ ਕੁਝ ਇਸ ਤਰ੍ਹਾਂ ਦੇ ਨੇ ਕਿ ਲੋਕਾਂ ਨੂੰ ਲੱਗਦਾ ਕਿ ਮੈਂ ਬਹੁਤ ਆਕੜ ਰੱਖਦਾ। ਮੇਰੀ ਗੱਲ ਸੁਣਿਓ, ਮੈਂ 6ਵੀਂ ਇਲੈਕਸ਼ਨ ਲੜ ਰਿਹਾ, ਮੈਂ 6ਵੀਂ 5 ਇਲੈਕਸ਼ਨ ਮੈਂ ਕਾਂਗਰਸ ਸੇ ਸਿੰਬਲ ਤੇ ਲੜਿਆ, ਇੱਕ ਵਾਰੀ ਵੀ ਦਿੱਲੀ ਨਹੀਂ ਗਿਆ ਯਾਰ। ਅੱਜ ਵੀ ਬੈਠੇ ਨਾ ਦਿੱਲੀ ਲੋਕੀ, ਅੱਜ ਬੈਠੇ ਨਾ ਬੜੇ ਵੱਡੇ ਵੱਡੇ ਬੰਦੇ ਬੈਠੇ ਨੇ, ਅਮੀਰ ਆਦਮੀ ਬੈਠੇ ਨੇ, ਮੈਂ ਦਿੱਲੀ ਨਹੀਂ ਗਿਆ ਅੱਜ ਤੱਕ। ਹੰਕਾਰ ਨਾ ਸਮਝੋ, ਬਟ ਬਿਕੋਜ਼ ਆਈ ਹੈਡ ਵਰਕਡ, ਬਿਕੋਜ਼ ਪੀਪਲ ਲਵਡ ਮੀ। ਲੋਕਾਂ ਨੂੰ ਪਤਾ ਸੀਗਾ ਕਿ ਯਾਰ ਇਹ ਬੰਦਾ ਮਤਲਬ 100 ਗਲਤੀਆਂ ਕਰ ਸਕਦਾ, ਪਾਰਟੀ ਵੀ ਬਣਾ ਲਈ, ਬਠਿੰਡਿਓਂ ਵੀ ਲੜ ਲਿਆ, ਉਧਰ ਵੀ ਚਲੇ ਗਿਆ, ਅਸਤੀਫਾ ਵੀ ਦੇ ਦਿੱਤਾ, ਬੇਈਮਾਨ ਨਿਗਾ ਬੰਦਾ ਹੈ। ਦੇ ਹੈਵ ਫੇਥ ਇਨ ਮੀ। ਇੱਕ ਵਾਰੀ ਵੀ ਨਹੀਂ ਗਿਆ ਮੈਂ। ਔਰ ਮੈਨੂੰ ਸਭ ਤੋਂ ਵੱਡੀ ਅਚੀਵਮੈਂਟ, ਮੈਨੂੰ ਤੁਸੀਂ ਕਿਹਾ ਨਾ ਕਾਂਗਰਸ ਨੇ ਮਦਦ ਨਹੀਂ ਕੀਤੀ, ਕਾਂਗਰਸ ਦੇ ਇਸ ਫੈਸਲੇ ਨੇ ਮੇਰਾ ਪੂਰਾ ਜਿਹੜਾ ਗਿਲਾ ਸੀ ਤੇ ਮੇਰਾ ਗੁੱਸਾ ਸੀਗਾ ਉਹ ਖਤਮ ਕਰ ਦਿੱਤਾ। ਮਤਲਬ ਗਿਵਨ ਨੋ ਟਿਕਟ, ਇਟਸ ਅਬਾਊਟ ਆਨਰਿੰਗ ਅ ਪਰਸਨ, ਇਟਸ ਨਾਟ ਅਬਾਊਟ ਟਿਕਟ। ਟਿਕਟ ਤਾਂ ਮਤਲਬ ਟਿਕਟਾਂ ਤੇ ਲੈਣ ਨੂੰ ਲੋਕੀ ਕਈ ਕੁਛ ਹੀਲੇ ਵਸੀਲੇ ਕਰਦੇ ਨੇ, ਮੈਨੂੰ ਬਗੈਰ ਪਹੁੰਚੇ, ਬਗੈਰ ਗਏ, ਅੰਦਰ ਬੈਠੇ ਇਲਜ਼ਾਮਾਂ ਮੇਰੇ ਤੇ ਬੁਛਾਰ ਹੋ ਰਹੀ ਆ ਤੇ ਮੈਨੂੰ ਟਿਕਟ ਦੇ ਦਿੱਤੀ। ਇਹਦੇ ਨਾਲ ਜ਼ਿਆਦਾ ਕੀ ਹੋ ਸਕਦਾ? ਨਹੀਂ, ਪੰਜਾਬ ਦੀ ਫੀਡਬੈਕ ਤਾਂ ਪੰਜਾਬ ਤੋਂ ਜਾਣੀ ਹੈ ਨਾ। ਮੇਰੀ ਗੱਲ ਸੁਣੋ, ਇੱਧਰ ਹਾਈ ਕਮਾਂਡ ਨੇ ਮੇਰਾ ਸਾਥ ਦਿੱਤਾ ਤੇ ਫੀਡਬੈਕ ਸਾਰੀ ਪੰਜਾਬ ਦੇ ਲੀਡਰਸ਼ਿਪ ਨੇ ਦਿੱਤੀ ਹੈ। मेरा साहब अरविंद केजरीवाल अभी कह रहे हैं कि केवल भगवंत मान ईमानदार है और जितने भी नेता हैं सारे बेईमान। चलो वो जो भी कहते हैं भाई साहब, मैं उनको कहने देता हूं, लेकिन मेरे को एक बात बताओ कि जो सर्वे कराया भगवंत मान का, उसका डाटा क्यों नहीं देता केजरीवाल? डरता क्यों है? राघव चड्ढा हर रोज बैठता है यहाँ, सुबह शाम बैठता है और पता नहीं क्या क्या इल्जाम लगाता है दूसरों की तरफ। उसको पूछो तुम डाटा क्यों नहीं देते? उसके नाम पे है नंबर, उसके नाम के ऊपर ये नंबर है रजिस्टर्ड। उसको बोलो अपना कॉल रिकॉर्ड दे। जे कहते ਅਸੀਂ ਏਡੇ ਟਰਾਂਸਪੇਰੈਂਟ ਆ, ਅਸੀਂ ਇਮਾਨਦਾਰ ਆ, ਬਾਕੀ ਤਾਂ ਸਾਲਾ ਰਹਿ ਹੀ ਨਹੀਂ ਕੋਈ ਗਿਆ, ਤੇ ਕੱਢੋ ਰਿਆਓ ਰਿਕਾਰਡ ਦਿਓ, ਤੁਹਾਡਾ 93 ਪੈਸੇ ਕਿੱਥੋਂ ਲੱਭਾ? ਇੱਥੇ 21 ਲੱਖ ਕਾਲ, ਸਿੱਧੂ ਨੇ ਦੱਸਿਆ ਨਾ ਸਾਰਾ ਕੁਝ। ਇਜ਼ ਇਟ ਪੋਸੀਬਲ, ਹਿਊਮਨਲੀ ਪੋਸੀਬਲ? ਇਜ਼ ਇਟ ਇਵਨ ਮੈਕੈਨਿਕਲੀ ਪੋਸੀਬਲ ਟੂ ਜਸਟ ਇਨ 5 days ਯੂ ਗੈਟ 21 ਲੱਖ ਕਾਲਸ? ਆਈ ਥਿੰਕ ਅਗਰ ਮੈਂ ਗਲਤ ਨਾ ਹੋਵਾਂ, ਮੈਨੂੰ ਲੱਗਦਾ ਕੋਈ 40-50 ਕਾਲ ਸੈਂਟਰ ਚਾਹੀਦੇ ਸੀ ਰਨਿੰਗ 24 ਆਵਰਸ ਅ ਡੇ। ਤੇ ਹੁਣ ਰਾਘਵ ਚੱਡਾ ਕਿਸੇ ਨੇ ਰਿਬਟਲ ਕੀਤਾ? ਦੱਸੋ ਮੈਨੂੰ ਤੁਹਾਡੇ ਚੋਂ। ਭਗਵੰਤ ਮਾਨ ਨੂੰ ਪੁੱਛਿਆ, ਤੁਸੀਂ ਵੀ ਪੋਲਾ ਪੁੱਛਦੇ ਹੋ, ਪੁੱਛਦੇ ਨਹੀਂ ਚੱਜ ਨਾਲ। ਜੇ ਤੁਸੀਂ ਇੱਕ ਮਗਰ ਪੁੱਛ ਪੈ ਜਾਓ ਕਿ ਸਾਲਾ ਦਿਓ ਇੱਥੇ ਕਿੱਥੇ ਆ, ਕਿਸੇ ਰਾਘਵ ਚੱਡਾ ਨੇ ਦਿੱਤਾ ਰਿਕਾਰਡ? ਬਿਕੋਜ਼ ਦੇ ਹੈਵ ਨੋ ਰਿਕਾਰਡ ਐਟ ਆਲ। ਇਟ ਇਜ਼ ਅ ਕੰਪਲੀਟ ਮੌਕ ਐਕਸਰਸਾਈਜ਼। ਨਹੀਂ ਚਲੋ, ਅਸੀਂ ਤਾਂ ਜਿਹੜਾ ਸਰਵੇ ਕਰਾਈਏ, ਇਹ ਤਾਂ ਇਹਨੇ ਅਨਾਉਂਸ ਕੀਤਾ ਨਾ ਕਿ ਅਸੀਂ ਲੋਕਾਂ ਤੋਂ ਰਾਏ ਲੈ ਰਹੇ ਹਾਂ। ਔਰ ਸਿੱਧੂ ਤੇ ਕਹਿਤਾ ਜੀ 3 ਪੈਸੇ ਆ ਜੀ। ਕਿੱਥੇ ਲਿਖਿਆ 3 ਪੈਸੇ? ਦਿਖਾਵੇ। ਉਹਨੂੰ ਕਹ ਦਿਖਾ ਕਿੱਥੇ 3 ਪੈਸੇ ਰਾਏ ਆਏ ਸਿੱਧੂ ਦੀ। ਆਪਣੇ ਆਪ ਨੂੰ ਲੈ ਲੈ 12 ਪੈਸੇ, ਐਵੇਂ ਜਾਣ ਕੇ ਝੂਠਾ ਸੱਚਾ ਸਾਬਤ ਹੋਣ ਲਈ। ਔਰ ਮੇਰੀ ਗੱਲ ਸੁਣਿਓ, ਇਹ ਕਹਿੰਦਾ ਭਗਵੰਤ ਮਾਨ ਨੇ 90% ਸੀਟਾਂ ਤੇ, ਉਹਨੂੰ ਕਹ ਸਹੁੰ ਖਾ ਕੇ ਭਗਵੰਤ ਮਾਨ ਨੂੰ ਕਹੋ, ਸਹੁੰ ਖਾ ਕੇ, ਮਾਤਾ ਵਾਲੀ ਸਹੁੰ ਨਹੀਂ, ਅਸਲੀ ਸਹੁੰ ਖਾ ਕੇ ਕਹਿ ਦੇ ਕਿ ਮੈਂ ਇੱਕ ਵੀ ਟਿਕਟ ਦਵਾਈ ਆ, ਇੱਕ ਵੀ ਟਿਕਟ ਭਗਵੰਤ ਮਾਨ ਦੇ ਨਾਮ ਤੇ ਰਿਕਮੈਂਡੇਸ਼ਨ ਤੇ ਦਿੱਤੀ ਹੋਵੇ, ਜੋ ਕਹੋਗੇ